ਰਾਤ ਨੂੰ ਜੋ ਵਿਸ਼ੇਸ਼ ਸਮਾਗਮ ਹੋ ਰਿਹਾ ਬਿਕਰਮੀ ਸੰਮਤ ਅਨੁਸਾਰ ਜੋ ਸਿੱਖਾਂ ਦਾ ਆਪਣਾ ਨਵਾਂ ਸਾਲ ਆਰੰਭ ਹੋਣਾ 14 ਤਰੀਕ ਨੂੰ, ਉਸੇ ਸੰਬੰਧ ਅੰਦਰ 13 ਤਰੀਕ ਰਾਤ ਨੂੰ ਤਕਰੀਬਨ ਰਾਤ ਦੇ 12:15 ਵਜੇ ਤੱਕ ਵਿਸ਼ੇਸ਼ ਪ੍ਰੋਗਰਾਮ ਹੋਏਗਾ। ਜੋ ਡਿਟੇਲ ਵਿੱਚ ਪ੍ਰੋਗਰਾਮ ਹੈ ਉਹ ਬਾਹਰ ਆਪ ਇਸ਼ਤਿਹਾਰਾਂ ਦੇ ਵਿੱਚ ਪੜ੍ਹਿਆ ਹੋਣਾ ਹੈ ਕਿ ਆਪਣੇ ਕੋਲ ਪੰਥ ਦੇ ਪ੍ਰਸਿੱਧ ਕੀਰਤਨੀ ਜਥੇ ਪਹੁੰਚ ਰਹੇ ਹਨ, ਕਥਾਵਾਚਕ ਵੀ ਪਹੁੰਚ ਰਹੇ ਹਨ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਸਾਰੇ ਪ੍ਰੋਗਰਾਮਾਂ ਵਿੱਚ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਨਾਲ ਗੁਰੂ ਚਰਨਾਂ ਨਾਲ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ੇਰ ਬਘਿਆੜ ਆਓ ਬਹਰੀ ਬਾਜੋ, ਬਿਨ ਦੰਗਿਓ ਕਬ ਹੋਏ ਇਨਕਾਜੋ। ਸ਼ੇਰ ਬਘਿਆੜ ਆਓ ਬਹਰੀ ਬਾਜੋ, ਬਿਨ ਦੰਗਿਓ ਕਬ ਹੋਏ ਇਨਕਾਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਸੰਧਿਆ ਸਮੇਂ ਇਤਿਹਾਸ ਦੀ ਲੜੀਵਾਰ ਕਥਾ ਅੰਦਰ ਹਾਜ਼ਰੀ ਭਰਨ ਵਾਸਤੇ ਸਮਾਂ ਪ੍ਰਾਪਤ ਹੋਇਆ। ਸਮੇਂ ਨੂੰ ਸਫਲਾ ਬਣਾਉਂਦੇ ਹੋਏ ਬੇਨਤੀ ਹੈ ਰਸਨਾ ਪਵਿੱਤਰ ਕਰੀਏ।
ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ੇਰ ਬਘਿਆੜ ਆਓ ਬਹਰੀ ਬਾਜੋ। ਬੀਤੇ ਦਿਨੀ ਆਪ ਜੀ ਨੇ ਸਰਵਣ ਕੀਤਾ ਕਿ ਜਿਸ ਵਕਤ ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪਿਆ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗ੍ਰਿਫਤਾਰੀ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੁੱਲ 700 ਸਿੱਖਾਂ ਨੇ ਵੀ ਗ੍ਰਿਫਤਾਰੀ ਦਿੱਤੀ। ਸਿੱਖਾਂ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਉਣ ਦੀ ਤਿਆਰੀ ਕੀਤੀ ਗਈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪਿੰਜਰੇ ਦੇ ਵਿੱਚ ਕੈਦ ਕਰ ਲਿਆ ਗਿਆ। ਸਾਰਾ ਸਰੀਰ ਸੰਗਲਾਂ ਦੇ ਨਾਲ, ਜੰਜੀਰਾਂ ਦੇ ਨਾਲ ਜਕੜ ਦਿੱਤਾ। ਦੋ ਦੋ ਸਿੱਖਾਂ ਦੀਆਂ ਜੋੜੀਆਂ ਬਣਾ ਕਰਕੇ ਦੋ ਦੋ ਸਿੱਖਾਂ ਦੇ ਹੱਥ ਬੰਨ੍ਹ ਦਿੱਤੇ, ਪੈਰ ਇਕੱਠਿਆਂ ਬੰਨ੍ਹ ਦਿੱਤੇ ਅਤੇ ਪਿੰਜਰਿਆਂ ਦੇ ਵਿੱਚ ਬੰਦੀ ਬਣਾ ਕਰਕੇ ਦਿੱਲੀ ਲਿਆਉਣ ਦੀ ਤਿਆਰੀ ਕਰਨ ਲੱਗੇ। ਸਰਹੰਦ ਪਹੁੰਚੇ। ਸਰਹੰਦ ਦੀ ਧਰਤੀ ਤੇ ਆ ਕੇ ਡੇਰਾ ਕੀਤਾ ਤੇ ਸਰਹੰਦ ਦੇ ਸ਼ਹਿਰ ਦੇ ਬਾਜ਼ਾਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ 700 ਸਿੱਖਾਂ ਨੂੰ ਚੱਕਰ ਲਵਾਇਆ ਗਿਆ ਜਲੂਸ ਦੇ ਰੂਪ ਦੇ ਵਿੱਚ। ਇਸ ਤਰ੍ਹਾਂ ਖਾਲਸਾ ਜੀ ਜਦੋਂ ਗੁਰੂ ਕਿਆਂ ਸਿੰਘਾਂ ਦੇ ਹੌਸਲੇ ਤੋੜਨ ਵਾਸਤੇ ਇਹ ਹਰਕਤਾਂ ਕੀਤੀਆਂ ਗਈਆਂ, ਉਸ ਵਕਤ ਵੀ ਗੁਰੂ ਕੇ ਸਿੰਘਾਂ ਦਾ ਹੌਸਲਾ ਟੁੱਟਾ ਨਹੀਂ। ਇਸ ਕਰਕੇ ਭਾਈ ਰਤਨ ਸਿੰਘ ਭੰਗੂ ਜੀ ਦੱਸਦੇ ਨੇ ਕਿ ਸ਼ੇਰ ਬਘਿਆੜ ਓ ਬਹਿਰੀ ਬਾਜ, ਕਿ ਜੋ ਗੁਰੂ ਕੇ ਸਿੱਖ ਨੇ, ਗੁਰੂ ਕੇ ਖਾਲਸੇ ਨੇ, ਇਹਨਾਂ ਦੀ ਬਿਰਤੀ ਬੱਬਰ ਸ਼ੇਰ ਵਰਗੀ ਹੈ। ਗੁਰੂ ਕੇ ਸਿੱਖਾਂ ਦੀ ਬਿਰਤੀ ਬਘਿਆੜ ਵਰਗੀ ਹੈ। ਗੁਰੂ ਕੇ ਸਿੱਖਾਂ ਦੀ ਬਿਰਤੀ ਬਾਜ ਵਰਗੀ ਹੈ, ਕਿਉਂਕਿ ਤਿੰਨੇ ਹੀ ਕਦੇ ਗੁਲਾਮ ਬਣ ਕੇ ਨਹੀਂ ਰਹਿੰਦੇ, ਸਦਾ ਆਜ਼ਾਦ ਤੌਰ ਤੇ ਵਿਚਰਦੇ ਨੇ। ਸੋ ਗੁਰੂ ਕੇ ਸਿੱਖ ਦੀ ਵੀ ਸੁਰਤ ਸਦਾ ਆਜ਼ਾਦ ਰਹਿੰਦੀ ਹੈ, ਕਦੇ ਗੁਲਾਮ ਨਹੀਂ ਹੁੰਦੀ। ਸਿੱਖ ਆਪਣੇ ਆਪ ਦੇ ਵਿੱਚ ਇੱਕ ਆਜ਼ਾਦ ਹਸਤੀ ਦਾ ਮਾਲਕ ਹੈ। ਖਾਲਸਾ ਜੀ ਅੱਜ ਦਾ ਦਿਨ ਵੀ ਬੜਾ ਇਤਿਹਾਸਕ ਦਿਨ ਹੈ, ਕਿਉਂਕਿ ਅੱਜ ਦੇ ਦਿਨ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ 30,000 ਸਿੱਖਾਂ ਦੇ ਨਾਲ ਅੱਜ ਦੇ ਦਿਨ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚਲਾਇਆ ਸੀ, ਦਿੱਲੀ ਫਤਿਹ ਕੀਤੀ ਸੀ। ਸ਼ਾਹ ਆਲਮ ਬਾਦਸ਼ਾਹ ਸੀ ਦਿੱਲੀ ਦਾ, ਤੇ ਅੱਜ ਦੇ ਦਿਨ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ, ਇਨ੍ਹਾਂ ਜਰਨੈਲਾਂ ਦੀ ਅਗਵਾਈ ਦੇ ਵਿੱਚ 30,000 ਸਿੱਖ ਖਾਲਸਾ ਜੀ ਦਿੱਲੀ ਪਹੁੰਚਿਆ। ਤੇ ਜਿੱਥੇ ਅੱਜ 30 ਹਜ਼ਾਰੀ ਦਿੱਲੀ ਦੀ ਹਾਈ ਕੋਰਟ ਹੈ, ਜਿਸ ਨੂੰ 30 ਹਜ਼ਾਰੀ ਕਿਹਾ ਜਾਂਦਾ ਹੈ, ਉਹ ਇਸ ਕਰਕੇ ਉਹਦਾ ਨਾਮ 30 ਹਜ਼ਾਰੀ ਪਿਆ ਕਿਉਂਕਿ ਉੱਥੇ 30,000 ਸਿੰਘਾਂ ਨੇ ਜਾ ਕਰਕੇ ਉਤਾਰਾ ਕੀਤਾ ਸੀ। ਤੇ ਫਿਰ ਕਿਲੇ ਦੇ ਵਿੱਚ ਪਾੜ ਪਾ ਕਰਕੇ ਗੁਰੂ ਕਿਆਂ ਸਿੰਘਾਂ ਨੇ ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚਲਾਇਆ, ਦਿੱਲੀ ਨੂੰ ਫਤਿਹ ਕੀਤਾ। ਉਸ ਤੋਂ ਬਾਅਦ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ, ਜੋ ਦਿੱਲੀ ਦੇ ਇਤਿਹਾਸਕ ਸਥਾਨ ਸਨ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਬਾਲਾ ਸਾਹਿਬ, ਇਹਨਾਂ ਅਸਥਾਨਾਂ ਦੀ ਖਾਲਸਾ ਜੀ ਦੁਆਰਾ ਫਿਰ ਕਾਰ ਸੇਵਾ ਕਰਵਾਈ। ਸੋ ਅੱਜ ਦੇ ਦਿਨ ਉਹ ਇਤਿਹਾਸ ਸਾਨੂੰ ਨਜ਼ਰ ਆਵੇਗਾ ਕਿ ਸਿੱਖ ਆਪਣੇ ਆਪ ਦੇ ਵਿੱਚ ਆਜ਼ਾਦ ਹਸਤੀ ਦਾ ਮਾਲਕ ਹੈ, ਕਿਸੇ ਦੀ ਅਧੀਨਗੀ ਨਹੀਂ ਕਰਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਰਹਿਮਤ ਦੇ ਨਾਲ, ਜਦੋਂ ਗੁਰੂ ਕਾ ਸਿੱਖ ਬਾਣੀ ਪੜ੍ਹਦਾ, ਸਿਮਰਨ ਕਰਦਾ ਹੈ, ਤੇ ਇਸ ਦੀ ਬਿਰਤੀ ਬੱਬਰ ਸ਼ੇਰ ਦੀ ਤਰ੍ਹਾਂ, ਬਘਿਆੜ ਦੀ ਤਰ੍ਹਾਂ, ਇੱਕ ਬਾਜ ਦੀ ਤਰ੍ਹਾਂ ਆਜ਼ਾਦ ਬਿਰਤੀ ਹੋ ਜਾਂਦੀ ਹੈ। ਉਸ ਬਾਰੇ ਭਾਈ ਰਤਨ ਸਿੰਘ ਭੰਗੂ ਦੱਸਦੇ ਨੇ ਕਿ ਭਾਵੇਂ ਮਾੜਾ ਸਮਾਂ ਵੀ ਆਇਆ, ਪਰ ਉਸ ਵਕਤ ਵੀ ਗੁਰੂ ਕੇ ਸਿੱਖ ਡੋਲੇ ਨਹੀਂ। ਇਹਨਾਂ ਦੇ ਹੌਸਲੇ ਉਸ ਵਕਤ ਵੀ ਬੁਲੰਦ ਨੇ। ਬਿਨ ਦੰਗਿਓ ਕਬ ਹੋਏ ਇਨਕਾਜ। ਕਿਉਂਕਿ ਖਾਲਸਾ ਜੀ ਬਿਨਾਂ ਦੰਗੇ ਤੋਂ ਗੁਰੂ ਕੇ ਸਿੰਘਾਂ ਦਾ ਕਾਰਜ ਰਾਸ ਨਹੀਂ ਹੁੰਦਾ। ਦੰਗੇ ਤੋਂ ਭਾਵ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ, ਖਾਲਸਾ ਸੋ ਕਰੇ ਨਿਤ ਜੰਗ।
ਜੰਗ ਇਹ ਨਹੀਂ ਕਿ ਬਾਹਰ ਗਵਾਂਢੀਆਂ ਨਾਲ ਜਾਂ ਕਿਸੇ ਹੋਰ ਨਾਲ ਲੜਾਈ ਲਈ ਜਾਵੇ। ਇਸ ਦਾ ਭਾਵ ਇਹ ਹੈ, ਜੋ ਸਾਡੇ ਮਨ ਦੇ ਅੰਦਰ, ਹਿਰਦੇ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਪੰਜ ਵਿਕਾਰ ਸਦਾ ਹਮਲਾ ਕਰਦੇ ਨੇ, ਗੁਰੂ ਕਾ ਸਿੱਖ ਇਹਨਾਂ ਪੰਜੇ ਵਿਕਾਰਾਂ ਦੇ ਨਾਲ ਜੰਗ ਕਰੇ, ਯੁੱਧ ਕਰੇ ਤੇ ਪੰਜੇ ਵਿਕਾਰਾਂ ਨੂੰ, ਕਾਮ ਨੂੰ ਜਿੱਤ ਲਵੇ, ਕ੍ਰੋਧ ਨੂੰ ਜਿੱਤ ਲਵੇ, ਲੋਭ, ਮੋਹ, ਹੰਕਾਰ ਨੂੰ ਜਿੱਤ ਲਵੇ ਤੇ ਪੰਜੇ ਵਿਕਾਰਾਂ ਨੂੰ ਜਦੋਂ ਜਿੱਤ ਲੈਂਦਾ ਹੈ, ਮਨ ਨੂੰ ਜਿੱਤ ਲੈਂਦਾ ਹੈ, ਤੇ ਆਪਾਂ ਬਚਨ ਪੜ੍ਹਦੇ ਹਾਂ ਕਿ ਮਨ ਜੀਤੈ ਜਗ ਜੀਤ। ਜਦੋਂ ਮਨ ਜਿੱਤਿਆ ਜਾਵੇ ਫਿਰ ਸੰਸਾਰ ਜਿੱਤਿਆ ਜਾਂਦਾ ਹੈ। ਇਹ ਕਿਰਪਾ ਤਾਂ ਹੁੰਦੀ ਹੈ, ਰਹਿਮਤ ਤਾਂ ਹੁੰਦੀ ਹੈ ਜੇ ਗੁਰੂ ਕਾ ਸਿੱਖ ਗੁਰੂ ਬਖਸ਼ਿਸ਼ ਦਾ ਪਾਤਰ ਬਣਦਾ ਹੈ। ਦੋਹਰਾ ਉਤੇ ਸ਼ੇਰਣੀ ਜੈ ਹਟੀ, ਸਿੰਘ ਟੱਪ ਸੋ ਤਹਿ ਗਿਰ ਪਾਹੇ। ਖਾਲਸਾ ਜੀ ਜਦੋਂ ਪਿੰਜਰੇ ਦੇ ਵਿੱਚ ਜਾਂ ਸਿੰਘਾਂ ਨੂੰ ਬੰਦੀ ਬਣਾਇਆ ਸੰਗਲਾਂ ਪਾ ਕਰਕੇ, ਜਦੋਂ ਸਰਹੰਦ ਦੇ ਬਾਜ਼ਾਰ ਦੇ ਵਿੱਚ ਚੱਕਰ ਲਵਾਇਆ ਜਾ ਰਿਹਾ ਸੀ, ਉਦੋਂ ਜਿਹੜੇ ਸਿਪਾਹੀ ਸੀ ਸਿੰਘ ਉਹਨਾਂ ਦੇ ਉੱਤੇ ਝਪੱਟਾ ਮਾਰਦੇ ਸਨ। ਹਾਂਜੀ। ਮਾਰਤ ਕੂਟਤ ਲੋਕ ਉਨ, ਰੌਲੋ ਮਚਾਵਤ ਜਾਹੇ। ਲੋਕ ਰੋਲਾ ਪਾਉਂਦੇ ਨੇ ਸਿੰਘਾਂ ਨੂੰ ਵੇਖ ਕਰਕੇ, ਮੁਗਲ ਖੁਸ਼ੀਆਂ ਮਨਾਉਂਦੇ ਨੇ, ਪਰ ਗੁਰੂ ਕੇ ਸਿੰਘ ਫਿਰ ਵੀ ਤਗੜੇ ਹੋ ਕਰਕੇ ਖਾਲਸਾ ਜੀ ਉਹਨਾਂ ਦਾ ਮੁਕਾਬਲਾ ਕਰਦੇ ਨੇ। ਚੌਪਈ ਸਿਪਾਹੀਆਂ ਸੋਟੇ ਮਾਰ ਲਏ ਘੇਰ। ਖਾਲਸਾ ਜੀ ਜਿਹੜੇ ਸਿਪਾਹੀ ਸੀ ਉਹ ਸਿੰਘਾਂ ਨੂੰ ਸੋਟੇ ਵਿਖਾਉਂਦੇ ਨੇ, ਆਪਣੀਆਂ ਹੱਥ ਵਿੱਚ ਪਕੜੀਆਂ ਹੋਈਆਂ ਡਾਂਗਾਂ ਵਿਖਾ ਕਰਕੇ ਘੇਰਾ ਪਾਉਂਦੇ ਨੇ। ਕਈ ਸਿੰਘ ਭਏ ਪ੍ਰਾਣ ਬਿਗੇਰ। ਪਰ ਖਾਲਸਾ ਜੀ ਗੁਰੂ ਕੇ ਸਿੰਘਾਂ ਨੂੰ ਤੇ ਪਹਿਲਾਂ ਹੀ ਜੀਵਨ ਨਹੀਂ ਪਿਆਰਾ, ਮੌਤ ਪਿਆਰੀ। ਗੁਰੂ ਕੇ ਸਿੰਘ ਉਹਨਾਂ ਦੀ ਪਰਵਾਹ ਨਹੀਂ ਕਰਦੇ। ਤਾਹੇ ਤੇ ਤੁਰ ਫਿਰ ਸ਼ਹਿਰ ਨਾ ਬਾਰ। ਖਾਲਸਾ ਜੀ ਇਸੇ ਤਰ੍ਹਾਂ ਕਹਿੰਦੇ ਸਰਹੰਦ ਸ਼ਹਿਰ ਦੇ ਵਿੱਚ ਗੁਰੂ ਕੇ ਸਿੰਘ ਤੇ ਮੁਗਲ ਹਕੂਮਤ ਉਹ ਆਪਸ ਦੇ ਵਿੱਚ ਇਸ ਤਰ੍ਹਾਂ ਬਹਿਸਬਾਜ਼ੀ ਦੇ ਵਿੱਚ ਤੇ ਇਸ ਤਰ੍ਹਾਂ ਵੈਰ ਵਿਰੋਧ ਕਰਦੇ ਹੋਏ ਸਰਹੰਦ ਸ਼ਹਿਰ ਦਾ ਚੱਕਰ ਲਾਉਂਦੇ ਨੇ। ਸਰਾ ਰਸਤੇ ਮੈਂ ਡੇਰਾ ਡਾਰਾਂ। ਤੇ ਸਰਹੰਦ ਤੋਂ ਅੱਗੇ ਜਾ ਕਰਕੇ ਰਸਤੇ ਦੇ ਵਿੱਚ ਜੋ ਸੜਕ ਦੇ ਉੱਤੇ ਸਰਾਂ ਬਣੀ ਹੋਈ ਸੀ, ਉੱਥੇ ਮੁਗਲ ਹਕੂਮਤ ਦੇ ਸਿਪਾਹੀਆਂ ਨੇ ਡੇਰਾ ਕੀਤਾ। ਇਸੀ ਭਾਂਤ ਲੈ ਡੇਰੇ ਪਹੁੰਚੇ। ਸੋ ਸਿੰਘਾਂ ਨੂੰ ਬੰਦੀ ਬਣਾ ਕਰਕੇ ਉਹ ਆਪਣੇ ਡੇਰੇ ਪਹੁੰਚ ਗਏ। ਪਰ ਖੁਸ਼ੀਅਰ ਬਹੁ ਮਨ ਮੈਂ ਸੋਚੇ। ਤੇ ਜਦੋਂ ਪਤਾ ਲੱਗਾ ਵੀ ਬਾਬਾ ਬੰਦਾ ਸਿੰਘ ਬਹਾਦਰ ਤੇ 700 ਸਿੱਖ ਸਿਪਾਹੀ ਉਹ ਡੇਰੇ ਪਹੁੰਚ ਚੁੱਕੇ ਨੇ ਸਰਾਂ ਦੇ ਵਿੱਚ, ਤੇ ਕਹਿੰਦੇ ਜਿਹੜਾ ਫਰਖਸ਼ੀਅਰ ਬਾਦਸ਼ਾਹ ਸੀ ਉਹ ਆਪਣੇ ਮਨ ਦੇ ਵਿੱਚ ਸੋਚਣ ਲੱਗਾ, ਯਾ ਬੰਦੋ ਯਹ ਬੁਰੀ ਬਲਾਏ। ਭਾਵੇਂ ਬਾਦਸ਼ਾਹ ਨੇ ਗ੍ਰਿਫਤਾਰ ਕਰਵਾ ਲਿਆ, ਕੈਦੀ ਬਣਾ ਲਿਆ, ਪਰ ਫਿਰ ਵੀ ਬਾਦਸ਼ਾਹ ਦੇ ਮਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਬਹੁਤ ਡਰ ਸੀ, ਬਹੁਤ ਭੈ ਸੀ। ਕਹਿਣ ਲੱਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਬਹੁਤ ਤਗੜੀ ਬਲਾ ਹੈ। ਇਸ ਤਰ੍ਹਾਂ ਦੇ ਸ਼ਬਦ ਬਾਦਸ਼ਾਹ ਨੇ ਵਰਤੇ। ਮਤ ਕਛ ਕਰ ਇਹਾਂ ਕਛ ਆਏ। ਤੇ ਸੋਚਣ ਲੱਗਾ ਕਿ ਜਰਨੈਲਾਂ ਨੂੰ ਕਹਿ ਦਵਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਨਾ ਲਿਆਇਓ। ਇਹ ਨਾ ਹੋਵੇ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਆ ਜਾਣ ਤੇ ਦਿੱਲੀ ਆ ਕਰਕੇ ਮੇਰਾ ਤਖਤਾ ਹੀ ਪਲਟ ਦੇਣ। ਸੋ ਡਰਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਿੰਘਾਂ ਨੂੰ ਕਹਿੰਦਾ, ਆਪਣੇ ਜਰਨੈਲਾਂ ਨੂੰ ਕਹਿੰਦਾ, ਆਪਣੇ ਸਿਪਾਹੀਆਂ ਨੂੰ ਕਹਿੰਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਨਾ ਲਿਆਇਓ। ਆਪ ਸ਼ਾਹੇ ਮਦ ਰਹਿਓ ਦਰਿਆਏ। ਬਾਦਸ਼ਾਹ ਨੇ ਖੁਦ ਦਰਿਆ ਦੇ ਪਰਲੇ ਬੰਨੇ ਜਾ ਕਰਕੇ, ਜਮਨਾ ਦੇ ਪਰਲੇ ਬੰਨੇ ਆਪਣਾ ਟਿਕਾਣਾ ਕਰ ਲਿਆ। ਜਬ ਲਗ ਬੰਦੋ ਮੁਇਓ ਨਾ ਥਾਏ। ਤੇ ਖਾਲਸਾ ਜੀ ਕਹਿੰਦਾ, ਜਿੰਨਾ ਚਿਰ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਮੌਤ ਦੀ ਖਬਰ ਨਹੀਂ ਮਿਲ ਜਾਂਦੀ, ਉਹਨਾਂ ਚਿਰ ਤੱਕ ਜਮਨਾ ਤੋਂ ਪਾਰ ਨਹੀਂ ਜਾਵਾਂਗਾ। ਵੇਖੋ ਕਿੰਨਾ ਡਰ ਹੈ, ਕਿੰਨਾ ਭੈ ਹੈ ਕਿ ਲੱਖਾਂ ਸਿਪਾਹੀਆਂ ਦਾ ਮਾਲਕ ਹੈ ਬਾਦਸ਼ਾਹ। ਸਿਪਾਹੀਆਂ ਨੇ ਸੰਗਲਾਂ ਦੇ ਵਿੱਚ, ਪਿੰਜਰੇ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਕੜਿਆ ਹੋਇਆ ਹੈ, ਪਰ ਫਿਰ ਵੀ ਬਾਦਸ਼ਾਹ ਮਨ ਵਿੱਚ ਸੋਚਦਾ ਹੈ ਕਿ ਜੇ ਦਿੱਲੀ ਆ ਗਏ ਤੇ ਥੜਥੱਲਾ ਮਚਾ ਦੇਣਗੇ ਤੇ ਉਦੋਂ ਤੱਕ ਮੈਂ ਜਮਨਾ ਤੋਂ ਪਾਰ ਨਹੀਂ ਜਾਂਦਾ, ਜਦੋਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਮੌਤ ਦੀ ਖਬਰ ਨਹੀਂ ਆਉਂਦੀ। ਸੋ ਇਹ ਗੁਰੂ ਕੇ ਸਿੰਘਾਂ ਦਾ ਪ੍ਰਤਾਪ ਸੀ। ਬਹੁਤ ਕੁਰਾਨ ਕੋ ਪਾਸ ਪੜਾਵੇ। ਪਤਾ ਸੀ ਖਾਲਸਾ ਜੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਕਰਾਮਾਤਾਂ ਨੇ, ਰਿੱਧੀਆਂ ਸਿੱਧੀਆਂ ਨੇ। ਉਹਨੇ ਆਪਣੇ ਪੀਰ ਫਕੀਰ ਜੋ ਉਸ ਦੇ ਰਾਜ ਵਿੱਚ ਰਹਿੰਦੇ ਸੀ ਸਾਰੇ ਬੁਲਾ ਲਏ ਤੇ ਬੁਲਾ ਕਰਕੇ ਕਾਜ਼ੀਆਂ ਨੂੰ
ਕਹਿੰਦਾ ਕਿ ਮੇਰੇ ਕੋਲ ਕੁਰਾਨ ਦੀਆਂ ਆਇਤਾਂ ਪੜ੍ਹੋ ਕਿ ਜੇ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੋਈ ਮੰਤਰ ਮੇਰੇ ਵੱਲ ਫੇਰਿਆ ਤੇ ਇਹ ਮੇਰੀ ਰੱਖਿਆ ਕਰ ਲੈਣ। ਦਰੂਦ ਪਾਇਤੇ ਬਹੁਤ ਦਿਵਾਵੈ। ਖਾਲਸਾ ਜੀ, ਇਸਲਾਮ ਮਜ਼ਹਬ ਦੇ ਅਨੁਸਾਰ ਜੋ ਵੀ ਉਹਨਾਂ ਦੇ ਕਰਮ ਸਨ, ਉਹ ਬਾਦਸ਼ਾਹ ਕਾਜੀ ਨੂੰ ਕਹਿੰਦਾ ਕਿ ਮੇਰੇ ਕੋਲ ਬੈਠ ਕਰਕੇ ਉਹ ਕਰਮ ਕਰੋ, ਰੱਬ ਦੀ ਇਬਾਦਤ ਕਰੋ, ਮੰਤਰ ਪੜੋ, ਇਲਮ ਪੜੋ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰ ਦਾ ਅਸਰ ਮੇਰੇ ਉੱਪਰ ਨਾ ਹੋਵੇ। ਦੋਹਰਾ ਨਲੇ ਰਹਿ ਬੰਦੋ ਜਬ ਪੁਜਿਓ, ਸ਼ਾਹੋ ਸੋ ਪਹੋ ਕੰਪਾਏ। ਹੁਣ ਦਿੱਲੀ ਤੋਂ ਥੋੜਾ ਜਿਹਾ ਦੂਰੀ ਦੇ ਉੱਤੇ ਸ਼ਹਿਰ ਹੈ ਨਾਲੇਰ, ਜਿਹਨੂੰ ਨਰੇਲਾ ਵੀ ਕਹਿ ਦਿੰਦੇ ਨੇ। ਉਸ ਸ਼ਹਿਰ ਤੇ ਖਾਲਸਾ ਜੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਕਰਕੇ ਮੁਗਲ ਹਕੂਮਤ ਦੀ ਫੌਜ ਪਹੁੰਚੀ ਤੇ ਬਾਦਸ਼ਾਹ ਕਹਿੰਦੇ ਆਪਣੇ ਕਿਲੇ ਦੇ ਵਿੱਚ ਬੈਠਾ ਹੋਇਆ ਡਰ ਨਾਲ ਹੀ ਕੰਬੀ ਜਾਵੇ। ਜਦੋਂ ਪਤਾ ਲੱਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਦੀ ਹੱਦ ਤੇ ਪਹੁੰਚ ਚੁੱਕੇ ਤੇ ਬਾਦਸ਼ਾਹ ਆਪਣੇ ਕਿਲੇ ਦੇ ਕਮਰੇ ਵਿੱਚ ਬੈਠ ਕਰਕੇ ਡਰ ਨਾਲ ਕੰਬ ਰਿਹਾ। ਇਸਾ ਨਾ ਦਿੱਲੀ ਲਿਆਈ ਐ, ਯਹ ਹੈ ਬੁਰੀ ਬਲਾਏ। ਤੇ ਬਾਰ-ਬਾਰ ਕਹੀ ਜਾਂਦਾ ਵੀ ਕਿਤੇ ਭੁਲੇਖੇ ਨਾਲ ਵੀ ਦਿੱਲੀ ਨਾ ਲੈ ਆਇਓ, ਕਿਉਂਕਿ ਜੇ ਦਿੱਲੀ ਆ ਗਿਆ ਤੇ ਉਹਦਾ ਮੁਕਾਬਲਾ ਨਹੀਂ ਕਰ ਹੋਣਾ। ਚੌਪਈ ਆਪ ਜਮਨਾ ਕੇ ਮੱਧ ਜਾ ਰਹੇ ਹੋ। ਖਾਲਸਾ ਜੀ, ਆਪ ਤੇ ਜਮਨਾ ਦੇ ਵਿਚਕਾਰ ਜਾ ਕਰਕੇ ਬਾਦਸ਼ਾਹ ਨੇ ਡੇਰਾ ਲਗਾ ਲਿਆ। ਬੰਦਾ ਜਮਨਾ ਉਰਾਰ ਰੱਖਿਓ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਮਨਾ ਦਰਿਆ ਦੇ ਉਰਲੇ ਬੰਨੇ ਰੱਖਿਆ ਗਿਆ। ਉਹਾਂ ਬੰਦੇ ਕੋ ਅੰਧਾ ਕਰਾਇਆ। ਤੇ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਹਾਲਤ ਦੇ ਵਿੱਚ, ਇਸ ਕੋਠੜੀ ਦੇ ਵਿੱਚ ਰੱਖਿਆ ਜਿੱਥੇ ਬੰਦਾ ਅੰਨਾ ਹੋ ਜਾਵੇ, ਜਿੱਥੇ ਕੁਝ ਨਜ਼ਰ ਵੀ ਨਾ ਆਵੇ। ਭਾਵ ਕਿ ਕਾਲ ਕੋਠੜੀ ਦੇ ਵਿੱਚ, ਜਿੱਥੇ ਸਾਰੇ ਪਾਸੇ ਹਨੇਰਾ ਹੈ, ਉਸ ਹਨੇਰੇ ਵਾਲੀ ਕੋਠੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਰੱਖਿਆ ਗਿਆ। ਤਉ ਨਲੇਰੋਂ ਅੱਗੇ ਤੁਰਾਇਆ। ਤੇ ਖਾਲਸਾ ਜੀ, ਜਦੋਂ ਕੋਠੜੀ ਦੇ ਵਿੱਚ ਰੱਖਿਆ ਗਿਆ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਨ੍ਹਿਆ ਕਰ ਦਿੱਤਾ ਗਿਆ। ਅੰਨ੍ਹਿਆ ਕਰਨ ਤੋਂ ਬਾਅਦ ਫਿਰ ਦਿੱਲੀ ਵੱਲ ਲੈ ਕੇ ਤੁਰੇ। ਪਹਿਲਾਂ ਇਸ ਕਰਕੇ ਨਹੀਂ ਲਿਆਏ ਕਿ ਜੇ ਕਿਤੇ ਬਾਦਸ਼ਾਹ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਵੇਖ ਲਿਆ ਤੇ ਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕ੍ਰੋਧ ਆ ਗਿਆ ਤੇ ਉਹਨੇ ਤਖਤਾ ਪਲਟ ਦੇਣਾ, ਮਲੀਆ ਮੇਟ ਕਰ ਦੇਣਾ। ਪਰ ਡਰਦਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਨ੍ਹਿਆ ਕੀਤਾ ਤੇ ਉਸ ਤੋਂ ਬਾਅਦ ਫਿਰ ਦਿੱਲੀ ਵੱਲ ਲੈ ਕੇ ਤੁਰੇ। ਫਰੁਖ ਸ਼ੇਰ ਦਿਲ ਆਈ ਬਾਤ। ਤੇ ਉਸ ਤੋਂ ਬਾਅਦ ਫਰਖਸ਼ੀਅਰ ਬਾਦਸ਼ਾਹ ਦੇ ਮਨ ਦੇ ਵਿੱਚ ਇੱਕ ਗੱਲ ਆਈ ਬੰਦੇ ਮੂਏ ਬਿਨ ਸੁਖ ਨਾ ਬਿਹਾਤ। ਕਿ ਜਦੋਂ ਤੱਕ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਮਰਦਾ ਉਦੋਂ ਤੱਕ ਸੁੱਖ ਨਹੀਂ ਮਿਲਣਾ। ਇਹ ਬਾਦਸ਼ਾਹ ਦੇ ਉਸ ਜ਼ੁਲਮੀ ਹਕੂਮਤ ਦੇ ਮਨ ਦਾ ਇਹ ਫੁਰਨਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਗੁਰੂ ਦੇ ਬੰਦੇ ਨੂੰ ਮਾਰਿਆ ਜਾਵੇ। ਸ਼ਾਹੇ ਬੰਦੇ ਪੈ ਮਨੁੱਖ ਕਲਾਏ। ਉਸ ਤੋਂ ਬਾਅਦ ਬਾਦਸ਼ਾਹ ਨੇ ਨਿਰਣਾ ਲਿਆ, ਆਪਣੇ ਵਜ਼ੀਰ, ਆਪਣੇ ਸਿਪਾਹੀ ਉਹ ਬਾਬਾ ਬੰਦਾ ਸਿੰਘ ਬਹਾਦਰ ਕੋਲ ਸੁਨੇਹਾ ਦੇ ਕਰਕੇ ਭੇਜੇ। ਜੋ ਤੈਂ ਖਾਣੋ ਸੋ ਲੈ ਖਾਏ। ਤੇ ਕਹਿਣ ਲੱਗੇ ਬੰਦਾ ਸਿੰਘ ਬਹਾਦਰ ਨੂੰ ਕਿ ਜੋ ਵੀ ਤੂੰ ਖਾਣਾ ਚਾਹੁੰਦਾ ਹੈ ਉਹ ਸ਼ਾਹੀ ਖਜ਼ਾਨੇ ਦੇ ਵਿੱਚੋਂ ਖਾ ਲੈ। ਆਪਣੀ ਮੌਤ ਦੇਹ ਤੂੰ ਆਖ। ਤੇ ਕਹਿਣ ਲੱਗੇ ਖਾ ਪੀ ਕਰਕੇ ਹੁਣ ਸਾਨੂੰ ਇਹ ਵੀ ਦੱਸ ਦੇ ਵੀ ਕਿਸ ਤਰੀਕੇ ਦੀ ਮੌਤ ਤੂੰ ਮਰਨਾ ਚਾਹੁੰਦਾ ਹੈ। ਇਸ ਤਰ੍ਹਾਂ ਜਾ ਕਰਕੇ ਪਹਿਲਾ ਸਵਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਦਸ਼ਾਹ ਦੇ ਵਜ਼ੀਰਾਂ ਨੇ ਕੀਤਾ ਕਿ ਸਾਨੂੰ ਦੱਸ ਤੂੰ ਕਿਸ ਤਰੀਕੇ ਦੀ ਮੌਤ ਨੂੰ ਕਬੂਲ ਕਰੇਂਗਾ। ਜਿਮ ਤੈ ਮਰਨੋ ਤਿਮ ਦੇਹ ਭਾਖ। ਤੂੰ ਜਿਵੇਂ ਵੀ ਮਰਨਾ ਚਾਹਵੇਂਗਾ ਅਸੀਂ ਉਸੇ ਤਰ੍ਹਾਂ ਤੈਨੂੰ ਮਾਰ ਦਵਾਂਗੇ। ਇਹ ਦਰਅਸਲ ਹਕੂਮਤਾਂ ਦੀ ਨੀਤੀ ਹੁੰਦੀ ਸੀ ਕਿ ਪਹਿਲਾਂ ਜਾ ਕਰਕੇ ਮੌਤ ਦੀ ਗੱਲ ਕਰਕੇ ਬੰਦੇ ਦਾ ਹੌਸਲਾ ਤੋੜ ਦਿੱਤਾ ਜਾਵੇ, ਬੰਦੇ ਨੂੰ ਡਰਾ ਦਿੱਤਾ ਜਾਵੇ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਪ੍ਰਤਾਪ ਸਦਕਾ ਖਾਲਸਾ ਜੀ ਇਸ ਤਰ੍ਹਾਂ ਡਰਾਵੇ ਤੇ ਦਿੱਤੇ ਜਾਂਦੇ ਰਹੇ ਸਿੰਘਾਂ ਨੂੰ, ਪਰ ਸਤਿਗੁਰੂ ਦੀ ਬਾਣੀ ਦਾ ਸਦਕਾ ਸਿੰਘ ਕਦੇ ਡੋਲੇ ਨਹੀਂ, ਕਦੇ ਡਰੇ ਨਹੀਂ। ਤੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਜਿਸ ਤਰ੍ਹਾਂ ਵੀ ਮਰਨਾ ਚਾਹੁੰਦਾ ਉਹ ਤਰੀਕਾ ਸਾਨੂੰ ਦੱਸ ਦੇ, ਅਸੀਂ ਉਸੇ ਤਰ੍ਹਾਂ ਤੇਰੀ ਇੱਛਾ ਨੂੰ ਪੂਰੀ ਕਰਕੇ ਤੈਨੂੰ ਮਾਰ ਦਵਾਂਗੇ। ਤਬ ਬੰਦਾ ਯੋ ਉਤਰ ਬਤਾਇਓ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਗਰਜਵੀਂ ਆਵਾਜ਼ ਦੇ ਵਿੱਚ ਉੱਤਰ ਦਿੱਤਾ,
ਜਿਮ ਤੈ ਮਰਨੋ ਉਹ ਮੋਹਿ ਮਰਵਾਇਓ। ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ ਕਿ ਜਿਹੜੇ ਵੀ ਤਰੀਕੇ ਬਾਦਸ਼ਾਹ ਨੂੰ ਪਸੰਦ ਹੋਣ, ਜਿਹੜੇ ਵੀ ਤਰੀਕੇ ਤੁਹਾਨੂੰ ਪਸੰਦ ਹੋਣ, ਤੁਸੀਂ ਹਰ ਇੱਕ ਤਰੀਕੇ ਦੇ ਨਾਲ ਮੈਨੂੰ ਮਾਰ ਸਕਦੇ ਹੋ। ਮੈਂ ਕਦੇ ਵੀ ਤੁਹਾਡੇ ਅੱਗੇ ਆਪਣੇ ਜਾਨ ਦੀ ਮੰਗ ਨਹੀਂ ਕਰਾਂਗਾ, ਜ਼ਿੰਦਗੀ ਨਹੀਂ ਮੰਗਾਂਗਾ, ਜੀਵਨ ਨਹੀਂ ਮੰਗਾਂਗਾ। ਮੈਂ ਮਰਨ ਵਾਸਤੇ ਆਇਆ ਹਾਂ ਤੇ ਜਿਸ ਵੀ ਤਰੀਕੇ ਨਾਲ ਮਾਰਨਾ ਚਾਹੋ ਮੈਂ ਮਰਨਾ ਕਬੂਲ ਕਰਾਂਗਾ। ਯੋ ਕਹਿ ਬੰਦਾ ਚੁੱਪ ਕਰ ਰਹਿਓ। ਇਤਨੀ ਗੱਲ ਕਹਿ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਖਾਮੋਸ਼ ਹੋ ਗਏ। ਕਹਿਣ ਵਾਲੇ ਤਿਸ ਉਮਮ ਆ ਕਹਿਓ। ਤੇ ਖਾਲਸਾ ਜੀ ਜਿਹੜੇ ਵਜ਼ੀਰ ਆਏ ਸਨ ਉਹ ਫਿਰ ਦੁਬਾਰਾ ਆਪਣੇ ਬਾਦਸ਼ਾਹ ਕੋਲ ਜਾ ਕਰਕੇ ਕਹਿਣ ਲੱਗੇ, ਬੰਦਾ ਕਹਿਓ ਸੋ ਉਨ ਸੁਣ ਲਿਓ। ਜੋ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਉਹ ਵਜ਼ੀਰਾਂ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ ਤੇ ਫਰਕਸ਼ੀਅਰ ਬਾਦਸ਼ਾਹ ਨੇ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਜਵਾਬ ਨੂੰ ਸੁਣ ਲਿਆ। ਅੱਗੇ ਸੁਨੋ ਜਿਮ ਸਿਰ ਦੂਹੂ ਭਇਓ। ਹੁਣ ਭਾਈ ਰਤਨ ਸਿੰਘ ਭੰਗੂ ਕਹਿੰਦੇ ਕਿ ਅੱਗੇ ਸੁਣੋ, ਅੱਗੇ ਕੀ ਕੁਝ ਵਰਤਦਾ ਹੈ। ਦੋਹਰਾ ਅੰਧਾ ਕਰ ਬੰਦਾ ਰੱਖਿਓ, ਫਰਖਸ਼ੀਅਰ ਬਹੁ ਰੋਜ। ਸੋ ਖਾਲਸਾ ਜੀ ਕਹਿੰਦੇ ਫਰਕਸ਼ੀਅਰ ਨੇ ਸਭ ਤੋਂ ਪਹਿਲਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਨ੍ਹਿਆ ਕਰਕੇ ਹੀ ਆਪਣੀ ਕੈਦ ਦੇ ਵਿੱਚ ਰੱਖਿਆ ਸੀ। ਜਿਮ ਪਾਛੈ ਦੋ ਮਰੇ, ਸੁਨੋ ਸੋ ਵਾਕੇ ਖੋਜ। ਸੋ ਖਾਲਸਾ ਜੀ ਕਹਿੰਦੇ ਜਿਸ ਤਰ੍ਹਾਂ ਵੀ ਮੌਤ ਹੋਈ ਉਹ ਹੁਣ ਖੋਜ ਕਰਕੇ ਤੁਹਾਨੂੰ ਸੁਣਾਉਣ ਲੱਗੇ ਨੇ। ਫਰਖਸ਼ੀਅਰ ਕਾਜੀ ਹੁਤੋ, ਉਸੈ ਵਜ਼ੀਰੈ ਭਰਾਏ। ਵਜੀਦ ਖਾਨ ਦਾ ਭਰਾ ਸੀ ਇੱਕ ਕਾਜੀ। ਫਰਕਸ਼ੀਅਰ ਬਾਦਸ਼ਾਹ ਨੇ ਉਸ ਕਾਜੀ ਨੂੰ ਫਤਵਾ ਦੇਣ ਵਾਸਤੇ ਬੁਲਾਇਆ ਕਿ ਜਦੋਂ ਕਾਜੀ ਬੰਦਾ ਸਿੰਘ ਬਹਾਦਰ ਨੂੰ ਵੇਖੇਗਾ ਤੇ ਮੈਂ ਉਹਨੂੰ ਦੱਸਾਂਗਾ ਕਿ ਤੇਰੇ ਭਰਾ ਨੂੰ ਇਸ ਬੰਦਾ ਸਿੰਘ ਬਹਾਦਰ ਨੇ ਮਾਰਿਆ। ਤੇ ਜਦੋਂ ਆਪਣੇ ਭਰਾ ਦੇ ਕਾਤਲ ਦਾ ਪਤਾ ਉਸ ਕਾਜੀ ਨੂੰ ਲੱਗੇਗਾ ਤੇ ਉਹ ਫਿਰ ਰਹਿਮ ਨਹੀਂ ਕਰੇਗਾ ਬਲਕਿ ਸਖਤ ਤੋਂ ਸਖਤ ਸਜ਼ਾ ਸੁਣਾਵੇਗਾ, ਸਖਤ ਤੋਂ ਸਖਤ ਫਤਵਾ ਜਾਰੀ ਕਰੇਗਾ। ਸੋ ਇਸ ਤਰ੍ਹਾਂ ਵਜ਼ੀਰ ਖਾਂ ਦੇ ਭਰਾ ਨੂੰ ਫਰਕਸ਼ੀਅਰ ਬਾਦਸ਼ਾਹ ਨੇ ਬੁਲਾਇਆ ਕਿ ਬੰਦਾ ਸਿੰਘ ਬਹਾਦਰ ਦੀ ਮੌਤ ਦਾ ਫਤਵਾ ਜਾਰੀ ਕੀਤਾ ਜਾਵੇ। ਬੰਦੇ ਮਾਰਿਓ ਥੋ ਜੋ, ਬੈਲਨ ਗੈਲ ਕਿਸ ਢਾਏ। ਦੱਸਿਆ ਕਿ ਕਿਵੇਂ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਂ ਨੂੰ ਬੈਲਾਂ ਦੇ ਮਗਰ ਬੰਨ ਕਰਕੇ ਬਾਜ਼ਾਰ ਦੇ ਵਿੱਚ ਘਸੀਟ ਕੇ ਮਾਰਿਆ ਸੀ ਵਜ਼ੀਰ ਖਾਂ ਨੂੰ। ਤੇ ਕਾਜੀ ਨੂੰ ਇਹ ਦੱਸਿਆ ਗਿਆ ਕਿ ਇਹਦੇ ਉੱਤੇ ਰਹਿਮ ਨਾ ਕਰੀ, ਹਰ ਇੱਕ ਤਰ੍ਹਾਂ ਦੀ ਸਖਤੀ ਵਰਤੀ, ਹਰ ਇੱਕ ਤਰ੍ਹਾਂ ਦੀ ਸਜ਼ਾ ਦੇਣਾ ਤੇਰਾ ਅਧਿਕਾਰ ਹੈ ਕਿ ਤੇਰੇ ਭਰਾ ਨੂੰ ਇਸਨੇ ਘਸੀਟ ਕੇ ਮਾਰਿਆ ਸੀ। ਚਾਉ ਪਈ ਫਰਖਸ਼ੀਅਰ ਕਾਜੀ ਬਹਿਕਾਇਓ। ਸੋ ਇਸ ਤਰ੍ਹਾਂ ਫਰਕਸ਼ੀਅਰ ਬਾਦਸ਼ਾਹ ਨੇ ਖਾਲਸਾ ਜੀ ਕਾਜੀ ਨੂੰ ਬਹੁਤ ਭੜਕਾਇਆ ਬਾਬਾ ਬੰਦਾ ਸਿੰਘ ਬਹਾਦਰ ਦੇ ਖਿਲਾਫ। ਇਸੇ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਇਹ ਜ਼ਿਕਰ ਕੀਤਾ ਕਿ ਪੁਰਾਣੇ ਸਮੇਂ ਦੇ ਵਿੱਚ ਐਸਾ ਕਲਯੁਗ ਫੈਲਿਆ, ਐਸਾ ਮਾੜਾ ਸਮਾਂ ਆ ਗਿਆ, ਮਾੜੇ ਹਾਲਾਤ ਆ ਗਏ ਕਿ ਜਿਨ੍ਹਾਂ ਨੇ ਸੰਸਾਰ ਦਾ ਨਿਆਂ ਕਰਨਾ ਸੀ, ਸੰਸਾਰ ਦਾ ਭਲਾ ਕਰਨਾ ਸੀ, ਸੰਸਾਰ ਦੇ ਭਲੇ ਵਾਸਤੇ ਫੈਸਲੇ ਕਰਨੇ ਸੀ, ਉਹ ਕਾਜੀ ਮੁੱਲਾ ਬਾਦਸ਼ਾਹ ਨੇ ਖਰੀਦ ਲਏ। ਕਲਕਾਤੀ ਰਾਜੇ ਕਸਾਈ, ਉਹ ਸਾਰੇ ਦੇ ਸਾਰੇ ਕਾਜੀ ਲੋਕ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਧਰਮ ਨੂੰ ਫੈਲਾਉਣਾ ਸੀ ਉਹ ਬਾਦਸ਼ਾਹਾਂ ਦੇ ਅਧੀਨ ਹੋ ਗਏ। ਤੇ ਜਦੋਂ ਧਰਮ ਰਾਜਨੀਤੀ ਦੇ ਅਧੀਨ ਹੋ ਜਾਂਦਾ ਫਿਰ ਧਰਮ ਕਿਸੇ ਦਾ ਭਲਾ ਨਹੀਂ ਕਰਦਾ। ਇਸੇ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਰਾਜਨੀਤੀ ਨੂੰ ਧਰਮ ਦੇ ਅਧੀਨ ਰੱਖਿਆ, ਬਲਕਿ ਧਰਮ ਨੂੰ ਉੱਚਾ ਰੱਖਿਆ। ਅੱਜ ਵੀ ਜਦੋਂ ਅਕਾਲ ਤਖਤ ਸਾਹਿਬ ਆਪਾਂ ਦਰਸ਼ਨ ਕਰਨ ਜਾਂਦੇ ਆ ਖਾਲਸਾ ਜੀ, ਤੇ ਪੀਰੀ ਦਾ ਨਿਸ਼ਾਨ ਅੱਜ ਵੀ ਕੁਝ ਇੰਚ ਮੀਰੀ ਦੇ ਨਿਸ਼ਾਨ ਨਾਲੋਂ ਉੱਚਾ ਝੁੱਲ ਰਿਹਾ ਹੈ। ਮੀਰੀ ਦਾ ਨਿਸ਼ਾਨ ਅੱਜ ਵੀ ਕੁਝ ਫੁੱਟ ਨੀਵਾਂ ਹੈ ਤੇ ਪੀਰੀ ਦਾ ਨਿਸ਼ਾਨ ਅੱਜ ਵੀ ਉੱਚਾ ਹੈ। ਉਹ ਇਸ ਕਰਕੇ ਕਿ ਸਤਿਗੁਰੂ ਗੁਰੂ ਰਾਮਦਾਸ ਦੇ ਘਰ ਦੇ ਅੰਦਰ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਅੰਦਰ ਸਦਾ ਪੀਰੀ ਦਾ ਨਿਸ਼ਾਨ ਉੱਚਾ ਹੈ, ਧਰਮ ਦਾ ਨਿਸ਼ਾਨ ਉੱਚਾ ਹੈ। ਇੱਥੇ ਧਰਮ ਦੀ ਮਰਿਆਦਾ ਨੂੰ ਵਡਿਆਈ ਦਿੱਤੀ ਜਾਂਦੀ ਹੈ। ਰਾਜਨੀਤੀ ਵੀ ਹੈ ਪਰ ਰਾਜਨੀਤੀ ਧਰਮ ਦੇ ਅਧੀਨ ਚੱਲਦੀ ਹੈ, ਧਰਮ ਤੋਂ ਉੱਤੇ ਹੋ ਕਰਕੇ ਨਹੀਂ ਚੱਲਦੀ। ਸੋ ਇਹ ਸਿਧਾਂਤ ਸੀ ਉਹ ਤਾਂ ਦਿੱਤਾ ਗਿਆ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ
ਰਾਜਨੀਤੀ ਦੇ ਨਾਲ ਧਰਮ ਨੂੰ ਵੀ ਵਰਤਿਆ ਜਾਣ ਲੱਗ ਪਿਆ। ਤੇ ਹੁਣ ਫਰਕਸ਼ੀਅਰ ਬਾਦਸ਼ਾਹ ਨੇ ਕਾਜੀ ਨੂੰ ਬਹੁਤ ਭੜਕਾਇਆ ਕਿ ਤੂੰ ਸਖਤ ਤੋਂ ਸਖਤ ਸਜ਼ਾ ਫਤਵਾ ਜਾਰੀ ਕਰ ਬੰਦਾ ਸਿੰਘ ਬਹਾਦਰ ਦੀ ਮੌਤ ਦਾ। ਬੰਦਾ ਮਾਰੇ ਬਿਨ ਹੋਗ ਪਛਤਾਇਓ। ਕਿਉਂਕਿ ਜੇ ਬੰਦਾ ਸਿੰਘ ਬਹਾਦਰ ਨਾ ਮਰਿਆ ਤੇ ਪਿੱਛੋਂ ਪਛਤਾਵਾ ਰਹਿ ਜਾਵੇਗਾ। ਤੇਰੇ ਹੱਥ ਵਿੱਚ ਮੌਕਾ ਬਹੁਤ ਵਧੀਆ ਹੈ, ਇਸ ਮੌਕੇ ਨੂੰ ਸਾਂਭ ਲੈ। ਹੋਏ ਬੰਦਾ ਸਿੱਖ ਜਗ ਮੈਂ ਰਹੇ। ਸੋ ਖਾਲਸਾ ਜੀ, ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਪੈਰੋਕਾਰ ਸਨ ਉਹ ਅੱਜ ਤੱਕ ਵੀ ਜਗਤ ਦੇ ਵਿੱਚ ਰਹਿ ਰਹੇ ਨੇ। ਆਪਣੇ ਜੈਸੇ ਨ ਬਹੁ ਕਹੇ। ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਬਹੁਤ ਪੈਰੋਕਾਰ ਬਣਾਏ, ਆਪਣੇ ਵਰਗੇ ਤਾਕਤਵਰ ਕਰਾਮਾਤੀ ਸਾਧ ਬਹੁਤ ਬਣਾਏ। ਉਡਨ ਵਿਧਈਆ ਇਨ ਕਈਨ ਦਈ। ਤੇ ਜੋ ਵੀ ਵਿਦਿਆ ਬਾਬਾ ਬੰਦਾ ਸਿੰਘ ਬਹਾਦਰ ਕੋਲ ਸੀ ਉਹ ਵਿਦਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪੈਰੋਕਾਰਾਂ ਨੂੰ ਵੀ ਦਿੱਤੀ। ਅੱਜ ਵੀ ਖਾਲਸਾ ਜੀ ਉਧਰ ਪਹਾੜੀ ਇਲਾਕੇ ਦੇ ਵਿੱਚ ਬੰਦਈ ਸਿੱਖਾਂ ਦੇ ਵੰਸ਼ਜ ਚੱਲਦੇ ਨੇ। ਅੱਜ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰੋਕਾਰ ਪਹਾੜੀ ਇਲਾਕਿਆਂ ਦੇ ਵਿੱਚ ਨਜ਼ਰੀ ਆ ਜਾਂਦੇ ਨੇ। ਸੋ ਬੰਦਈ ਸਿੱਖ ਅੱਜ ਵੀ ਮਿਲਦੇ ਨੇ। ਇਸਕੇ ਪੁੱਤਰ ਵੀ ਰਹਿ ਕਈ। ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਬਾਰੇ ਦੱਸਦੇ ਕਿ ਉਹਦੇ ਪੁੱਤਰ ਵੀ ਹਨ। ਇਸਕੇ ਬੱਚੇ ਵੈ ਚਾਮਲ ਆਵੈ। ਸੋ ਕਹਿਣ ਲੱਗੇ ਵੀ ਜੇ ਇਹਨਾਂ ਨੂੰ ਨਾ ਮਾਰਿਆ ਗਿਆ, ਇਹਦੇ ਪੈਰੋਕਾਰ ਨਾ ਖਤਮ ਕੀਤੇ ਗਏ, ਇਹਦੇ ਬੱਚਿਆਂ ਨੂੰ ਨਾ ਮਾਰਿਆ ਗਿਆ ਤੇ ਚੰਬਲ ਜਾਣਗੇ, ਭਾਵ ਦੁਬਾਰਾ ਫਿਰ ਸਾਡੀ ਬਗਾਵਤ ਕਰਨਗੇ। ਸੋ ਖਾਲਸਾ ਜੀ ਇਸ ਤਰ੍ਹਾਂ ਕਾਜੀ ਨੂੰ ਭੜਕਾਇਆ ਗਿਆ। ਇਹੋ ਕਾਰਨ ਸੀ ਕਿ ਕਾਜੀ ਨੇ ਜਦੋਂ ਫਤਵਾ ਸੁਣਾਇਆ ਤੇ ਇਹ ਫਤਵਾ ਵੀ ਜਾਰੀ ਕਰ ਦਿੱਤਾ ਗਿਆ ਕਿ 4 ਸਾਲ ਦੇ ਬੱਚੇ ਦਾ ਕਾਲਜਾ ਕੱਢ ਕੇ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾ ਕਰਕੇ ਸ਼ਹੀਦ ਕਰ ਦਿੱਤਾ ਗਿਆ। ਸੋ ਐਸੀ ਅਨੋਖੀ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਹਿੱਸੇ ਆਈ। ਇਸ ਮਾਰੇ ਵੈ ਲੁਕ ਛੁਪ ਜਾਵੈ। ਸੋ ਕਹਿਣ ਲੱਗੇ ਕਿ ਜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰ ਦਿੱਤਾ ਤੇ ਜਿਹੜੇ ਇਹਦੇ ਪੈਰੋਕਾਰ ਨੇ ਉਹ ਆਪਣੇ ਆਪ ਹੀ ਲੁਕ ਜਾਣਗੇ, ਘੱਟ ਹੋ ਜਾਣਗੇ ਤੇ ਇਹਦੀ ਚੜ੍ਹਤ ਖਤਮ ਹੋ ਜਾਵੇਗੀ। ਬੰਦੇ ਕੇ ਬਹੁਤ ਮੁਦਈ। ਭਾਈ ਰਤਨ ਸਿੰਘ ਭੰਗੂ ਦੱਸਦੇ ਨੇ ਕਿ ਉਸ ਵਕਤ ਪੰਜਾਬ ਦੇ ਵਿੱਚ ਤੇ ਹੋਰ ਵੱਖ-ਵੱਖ ਇਲਾਕਿਆਂ ਦੇ ਵਿੱਚ ਮੁਦਈ ਤੋਂ ਭਾਵ ਚੇਲੇ ਪੈਰੋਕਾਰ ਬੰਦਾ ਸਿੰਘ ਬਹਾਦਰ ਦੇ ਬਹੁਤ ਚੇਲੇ ਸਨ। ਇੱਕ ਕੀ ਗੱਲ ਉਨ ਬਣਾਈ ਕਈ। ਤੇ ਉਹਨਾਂ ਮੁਦਈਆਂ ਨੇ ਆਪਣੇ ਕੋਲੋਂ ਵੀ ਬਹੁਤ ਗੱਲਾਂ ਪ੍ਰਚਲਿਤ ਕੀਤੀਆਂ ਹੋਈਆਂ ਸਨ, ਜਿਨ੍ਹਾਂ ਦਾ ਅੱਗੇ ਜ਼ਿਕਰ ਵੀ ਆਵੇਗਾ ਜਦੋਂ ਤਤ ਖਾਲਸੇ ਦਾ ਤੇ ਬੰਦਈ ਖਾਲਸੇ ਦਾ ਆਪਸ ਵਿੱਚ ਝਗੜਾ ਹੁੰਦਾ ਹੈ। ਫਰੁਖਸ਼ੀਅਰ ਤਬ ਕਾਜੀ ਬੁਲਾਏ। ਹੁਣ ਫਰਕਸ਼ੀਅਰ ਬਾਦਸ਼ਾਹ ਨੇ ਕਾਜੀ ਨੂੰ ਬੁਲਾ ਕਰਕੇ ਵਿਚਾਰ ਕੀਤੀ। ਉਸਾ ਕਿਤਾਬੋਂ ਮਸਲੇ ਕਢਾਏ। ਤੇ ਕਾਜੀ ਨੂੰ ਫਰਕਸ਼ੀਅਰ ਬਾਦਸ਼ਾਹ ਨੇ ਕਿਹਾ ਕਿ ਆਪਣੇ ਸ਼ਰ੍ਹਾ ਦੇ ਵਿੱਚੋਂ ਹੁਣ ਇਸ ਮਸਲੇ ਦਾ ਹੱਲ ਕਰ, ਆਪਣੀ ਸ਼ਰ੍ਹਾ ਦੇ ਵਿੱਚੋਂ ਫਤਵਾ ਸੁਣਾ। ਤਬ ਕਾਜੀ ਨੇ ਬਦਲੋ ਬਤਾਇਓ। ਖਾਲਸਾ ਜੀ ਉਸ ਵਕਤ ਕਾਜੀ ਨੇ ਬਾਦਸ਼ਾਹ ਵੱਲ ਵੇਖ ਕਰਕੇ ਸਿਰਫ ਇਤਨਾ ਕਿਹਾ ਕਿ ਬਦਲਾ, ਕਿ ਜਿਸ ਤਰ੍ਹਾਂ ਬੰਦਾ ਸਿੰਘ ਬਹਾਦਰ ਨੇ ਉਸ ਦੇ ਭਰਾ ਵਜ਼ੀਰ ਖਾਨ ਨੂੰ ਬੈਲਾਂ ਦੇ ਮਗਰ ਬੰਨ ਕਰਕੇ ਬਾਜ਼ਾਰ ਦੇ ਵਿੱਚ ਘਸੀਟ ਕੇ ਮਾਰਿਆ, ਕਾਜੀ ਕਹਿਣ ਲੱਗਾ ਬਸ ਉਸੇ ਤਰ੍ਹਾਂ ਦੀ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਵੀ ਇਸ ਨੂੰ ਉਤਾਰਿਆ ਜਾਵੇ, ਇਸ ਤਰ੍ਹਾਂ ਬਦਲਾ ਲਿਆ ਜਾਵੇ। ਸੋ ਇਹ ਫਤਵਾ ਕਾਜੀ ਨੇ ਸੁਣਾ ਦਿੱਤਾ ਕਿ ਬਦਲਾ ਲਿਆ ਜਾਵੇ। ਵਾਂਗ ਵਜ਼ੀਰਾ ਚਹੀਆ ਘਿਸਟਾਇਓ। ਜਿਸ ਤਰ੍ਹਾਂ ਵਜ਼ੀਰ ਖਾਨ ਨੂੰ ਘਸੀਟ ਕੇ ਮਾਰਿਆ, ਉਸੇ ਤਰ੍ਹਾਂ ਇਸ ਨੂੰ ਵੀ ਘਸੀਟ ਕੇ ਕਤਲ ਕਰ ਦਿੱਤਾ ਜਾਵੇ। ਮਗਰ ਘੋੜੇ ਕੇ ਦੇਹੋ ਬੰਧਾਏ। ਘੋੜਿਆਂ ਮਗਰ ਬੰਨ ਕੇ ਇਸ ਨੂੰ ਸਾਰੇ ਸ਼ਹਿਰ ਦਾ ਗੇੜਾ ਲਵਾ ਕਰਕੇ ਘਸੀਟਿਆ ਜਾਵੇ। ਗਿਰਦ ਫਿਰਾਵੋ ਸ਼ਹਿਰੇ ਦਾਏ। ਸਾਰੇ ਸ਼ਹਿਰ ਦੇ ਆਲੇ ਦੁਆਲੇ ਸਾਰੇ ਸ਼ਹਿਰ ਦਾ ਚੱਕਰ ਲਵਾ ਕਰਕੇ ਇਸ ਨੂੰ ਤਸੀਹੇ ਦਿੱਤੇ ਜਾਣ। ਦੋਹਰਾ ਗਿਰਦੋ ਸ਼ਹਿਰ ਘੁਮਾਏ ਕਾ ਫਿਰ ਉਸ ਦੀ ਜੋ ਡਾਲੋ। ਕਹਿਣ ਲੱਗੇ ਸ਼ਹਿਰ ਦੇ ਆਲਾ ਦੁਆਲਾ ਗੇੜਾ ਲਾ ਕਰਕੇ ਫਿਰ ਇਸ ਨੂੰ ਫਿਰ ਦੁਬਾਰਾ ਕੋਠੜੀ ਦੇ ਵਿੱਚ ਪਾ ਦਿੱਤਾ ਜਾਵੇ। ਐਸੋ ਕਾਮ ਸੋ ਜੋ ਕਰੇ ਉਸ ਹੋਵਗ ਯਹੀ ਹਵਾਲੋ। ਤੇ ਹੋਕਾ ਦੇ ਦਿੱਤਾ ਜਾਵੇ ਕਿ ਜਿਹੜਾ ਵੀ ਇਸ ਤਰ੍ਹਾਂ ਸਰਕਾਰ ਦੀ ਹਕੂਮਤ ਦੀ ਬਗਾਵਤ ਕਰੇਗਾ, ਹਕੂਮਤ ਦਾ ਬਾਗੀ ਹੋਵੇਗਾ, ਉਸ ਦੇ ਨਾਲ ਹਕੂਮਤ ਵੱਲੋਂ
ਇਹੀ ਹਾਲ ਕਰ ਦਿੱਤਾ ਜਾਵੇਗਾ। ਚਉਪਈ ਕਾਜੀ ਕਹੀ ਕਰੀ ਸੋ ਸ਼ਾਹੇ। ਸੋ ਜੋ ਵੀ ਕਾਜੀ ਨੇ ਫਤਵਾ ਸੁਣਾਇਆ ਕਿ ਇਸ ਤਰ੍ਹਾਂ ਦੇ ਤਸੀਹੇ ਦੇ ਦਿੱਤੇ ਜਾਣ, ਘਸੀਟ ਘਸੀਟ ਕੇ ਮਾਰਿਆ ਜਾਵੇ, ਤਸੀਹੇ ਦਿੱਤੇ ਜਾਣ, ਕਹਿੰਦੇ ਬਾਦਸ਼ਾਹ ਨੇ ਉਸੇ ਤਰ੍ਹਾਂ ਦਾ ਵਰਤਾਰਾ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤਾ। ਮਗਰ ਘੋੜੇ ਵੈ ਦਇਓ ਕਿਸ ਟਾਏ। ਘੋੜਿਆਂ ਮਗਰ ਬੰਨ ਕਰਕੇ ਖਾਲਸਾ ਜੀ ਘਸੀਟਣਾ ਸ਼ੁਰੂ ਕਰ ਦਿੱਤਾ। ਕਹੈ ਬੰਦੇ ਜਿਉ ਕੋ ਕਰੂਗ। ਤੇ ਬਾਦਸ਼ਾਹ ਕਹਿਣ ਲੱਗਾ ਕਿ ਜਿਹੜਾ ਵੀ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ ਬਗਾਵਤ ਕਰੇਗਾ ਵਾਂਗ ਬੰਦੇ ਦੇ ਸੋ ਫਿਰ ਭਰੂਗ। ਤਾਂ ਉਹ ਵੀ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ ਆਪਣੀ ਸਜ਼ਾ ਜ਼ਰੂਰ ਭੋਗੇਗਾ, ਉਸ ਨੂੰ ਵੀ ਸਜ਼ਾ ਦਿੱਤੀ ਜਾਵੇਗੀ, ਉਸ ਬਾਗੀ ਦਾ ਵੀ ਇਹ ਹਾਲ ਕਰ ਦਿੱਤਾ ਜਾਵੇਗਾ। ਇਮ ਕਹਿ ਬੰਦੋ ਦਇਓ ਮਰਵਾਏ। ਸੋ ਇਸ ਤਰ੍ਹਾਂ ਕਹਿ ਕਰਕੇ ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਤਨ ਕੁਰਬਾਨ ਕਰ ਦਿੱਤਾ। ਪਰ ਵੇਖੋ ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦਾ ਪ੍ਰੇਮ, ਚਰਨਾਂ ਦੀ ਮੁਹੱਬਤ ਹੈ ਕਿ ਸੱਚੇ ਪਾਤਸ਼ਾਹ ਜੀ ਨੇ ਨੰਦੇੜ ਦੀ ਧਰਤੀ ਤੋਂ ਥਾਪੜਾ ਦੇ ਕਰਕੇ ਭੇਜਿਆ। ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਦੇ ਸੇਵਕ ਬਣੇ। ਮਾਧੋ ਦਾਸ ਵੈਰਾਗੀ ਤੋਂ ਸਤਿਗੁਰੂ ਦੇ ਘਰ ਦੇ ਸੇਵਕ ਬਣੇ। ਗੁਰਬਖਸ਼ ਸਿੰਘ ਨਾਮ ਰੱਖਿਆ ਤੇ ਮਹਾਰਾਜ ਨੇ ਪ੍ਰੇਮ ਦੇ ਨਾਲ ਗੁਰੂ ਦਾ ਬੰਦਾ ਖਿਤਾਬ ਦੇ ਦਿੱਤਾ ਤੇ ਸਿੰਘਾਂ ਨੇ ਬਹਾਦਰੀ ਦੇ ਕਰਤੱਵ ਵੇਖ ਕਰਕੇ ਬੰਦਾ ਸਿੰਘ ਬਹਾਦਰ ਕਹਿਣਾ ਸ਼ੁਰੂ ਕਰ ਦਿੱਤਾ। ਪਰ ਵੇਖੋ ਜਿਸ ਤਰ੍ਹਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਆਪਾਂ ਵੇਖਦੇ ਹਾਂ ਕਿ ਦਾਨੇ ਤੋਂ ਮਰਦਾਨਾ ਤੇ ਖਾਲਸਾ ਜੀ ਮਰਦਾਨੇ ਤੋਂ ਫਿਰ ਬੰਦਾ ਸਿੰਘ ਬਹਾਦਰ, ਇਹ ਸਫ਼ਰ ਹੁੰਦਾ ਹੈ ਸਿੱਖੀ ਦਾ ਕਿ ਜਿਸ ਤਰ੍ਹਾਂ ਰਬਾਬ ਤੋਂ ਨਗਾਰੇ ਦਾ ਇੱਕ ਸਫ਼ਰ ਹੈ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਚੁਣਿਆ, ਹੱਥ ਦੇ ਵਿੱਚ ਰਬਾਬ ਪਕੜਾਈ ਤੇ ਹੱਥ ਦੇ ਵਿੱਚ ਰਬਾਬ ਪਕੜਾ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕਰਕੇ ਧੁਰਕੀ ਬਾਣੀ, ਅਕਾਲੀ ਬਾਣੀ ਦਾ ਹੋਕਾ ਦਿੱਤਾ ਤੇ ਉਸ ਰਬਾਬ ਦੀ ਆਵਾਜ਼ ਦੇ ਨਾਲ, ਰਬਾਬ ਦੀ ਧੁਨੀ ਦੇ ਨਾਲ ਉਸ ਵਕਤ ਪਖੰਡੀਆਂ ਦੇ ਵਹਿਮਾਂ ਭਰਮਾਂ ਦੇ ਕਿਲੇ ਖਤਮ ਹੋ ਗਏ, ਵਹਿਮਾਂ ਭਰਮਾਂ ਦਾ ਖਾਤਮਾ ਹੋ ਗਿਆ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਮਰਦਾਨਾ ਬਣਾਇਆ, ਹਾਲਾਂਕਿ ਮਰਦਾਨਾ ਭਾਈ ਮਰਦਾਨਾ ਜੀ ਦਾ ਨਾਮ ਨਹੀਂ ਸੀ, ਉਹਨਾਂ ਦਾ ਨਾਮ ਸੀ ਦਾਨਾ ਮਰਾਸੀ, ਪਰ ਸਤਿਗੁਰੂ ਨੇ ਖਿਤਾਬ ਦਿੱਤਾ ਸੀ ਗੁਰੂ ਘਰ ਦਾ ਮਰਦਾਨਾ। ਖਾਲਸਾ ਜੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਮਰਦਾਨਾ ਬਣਾ ਕਰਕੇ ਹੱਥ ਵਿੱਚ ਰਬਾਬ ਪਕੜਾਈ, ਉਸੇ ਤਰ੍ਹਾਂ ਚੌਜੀ ਪਿਆਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਬੰਦਾ ਸਿੰਘ ਬਹਾਦਰ ਬਣਾ ਕਰਕੇ ਹੱਥ ਵਿੱਚ ਖੰਡਾ ਪਕੜਾਇਆ। ਉਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਨਗਾਰੇ ਤੇ ਚੋਟ ਲਾਉਣੀ ਸਿਖਾਈ। ਇਹ ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ ਬਣਿਆ। ਪਰ ਬਾਬਾ ਬੰਦਾ ਸਿੰਘ ਬਹਾਦਰ ਤੁਰੇ ਕਲਗੀਧਰ ਪਾਤਸ਼ਾਹ ਜੀ ਦਾ ਥਾਪੜਾ ਲੈ ਕਰਕੇ ਪੰਜਾਬ ਦੀ ਧਰਤੀ ਦੇ ਉੱਤੇ ਆ ਕਰਕੇ ਖਾਲਸਾ ਪੰਥ ਦੇ ਨਿਸ਼ਾਨ ਚਲਾਏ। ਲੇਹ ਲਦਾਖ ਤੱਕ ਜਾ ਕਰਕੇ ਕਸੂਰ ਨੂੰ ਜਿੱਤਿਆ, ਕਹਿਲੂਰ ਨੂੰ ਜਿੱਤਿਆ ਖਾਲਸਾ ਜੀ, ਬਹਾਵਲਪੁਰ ਰਿਆਸਤ ਨੂੰ ਜਿੱਤਿਆ, ਕੁੱਲੂ ਰਿਆਸਤ ਨੂੰ ਜਿੱਤਿਆ। ਇਨ੍ਹਾਂ ਥਾਵਾਂ ਦੇ ਉੱਤੇ ਜਿੱਤ ਪਾਉਣ ਤੋਂ ਬਾਅਦ ਅੰਤਮ ਸਮੇਂ ਗੁਰੂ ਕੇ ਸਿੱਖ ਦੀ ਭਾਵਨਾ ਕੀ ਰਹੀ? ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਇੰਨੀਆਂ ਰਿੱਧੀਆਂ ਸਿੱਧੀਆਂ ਹੋਣ ਦੇ ਬਾਵਜੂਦ, ਤਾਕਤ ਹੋਣ ਦੇ ਬਾਵਜੂਦ, ਮੁਗਲ ਹਕੂਮਤ ਦੀ ਜੜ ਪੱਟਣ ਦੇ ਬਾਵਜੂਦ ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਮੰਗਿਆ ਕਿ ਪਾਤਸ਼ਾਹ ਮੈਨੂੰ ਰਾਜ ਨਹੀਂ ਚਾਹੀਦਾ, ਮੁਕਤੀ ਨਹੀਂ ਚਾਹੀਦੀ, ਕਲਗੀਆਂ ਵਾਲਿਆ ਤੇਰੇ ਚਰਨਾਂ ਦੀ ਮੌਜ ਚਾਹੀਦੀ ਹੈ, ਤੇਰੇ ਚਰਨਾਂ ਦਾ ਪਿਆਰ ਚਾਹੀਦਾ। ਸੋ ਇਹ ਭਾਵਨਾ ਸ਼ਹੀਦਾਂ ਦੇ ਹਿੱਸੇ ਆਉਂਦੀ ਹੈ, ਆਮ ਸੰਸਾਰੀਆਂ ਦੇ ਹਿੱਸੇ ਨਹੀਂ ਆਉਂਦੀ। ਕਿਸੇ ਨੂੰ ਤਾਕਤ ਮਿਲ ਜਾਵੇ ਉਸ ਨੂੰ ਆਪਣੀ ਤਾਕਤ ਤੇ ਪਾਵਰ ਤੇ ਮਾਣ ਹੋ ਜਾਂਦਾ ਹੈ, ਮਾਇਆ ਮਿਲ ਜਾਵੇ ਆਪਣੀ ਮਾਇਆ ਤੇ ਮਾਣ ਹੋ ਜਾਂਦਾ ਹੈ। ਪਰ ਸੱਚ ਹੈ ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੀ ਮੌਜ ਆਵੇ ਉੱਥੇ ਤਾਕਤ, ਉੱਥੇ ਮਾਇਆ ਦਾ ਗੁਮਾਨ ਥੱਲੇ ਰਹਿ ਜਾਂਦਾ ਹੈ ਤੇ ਪਾਤਸ਼ਾਹ ਦੇ ਚਰਨਾਂ ਦੀ ਮੌਜ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਇਸੇ ਕਰਕੇ ਆਪਾਂ ਪੜ੍ਹਦੇ ਹਾਂ ਸਵਈਆਂ ਦੇ ਅੰਦਰ ਕਿ ਸੁਧ ਸਿਪਾ ਦੁਰੰਤ ਦਬਾ, ਸੋ ਸਾਸਨਾ ਦੁਰਜਾਨ ਦਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ, ਤੋਰ ਅਰੀਰ ਮਰੋਰ ਮਵਾਸਨ, ਮਾਤੇ ਮਤੰਗਨ ਮਾਨ ਮਲੈਂਗੇ, श्रीपद श्री भगवान कृपा बिन त्याग जहान निदान चलाएंगे।
ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹੀ ਬਚਨ ਕੀਤਾ ਕਿ ਖਾਲਸਾ ਜੀ, ਸੰਸਾਰ ਤੇ ਲੋਕ ਤਾਕਤ ਮੰਗਦੇ ਨੇ, ਮਾਇਆ ਮੰਗਦੇ ਨੇ, ਪਰ ਮਹਾਰਾਜ ਕਹਿੰਦੇ ਸਿੱਖੋ, ਸੰਸਾਰ ਤੇ ਐਸੇ ਐਸੇ ਉਹ ਸਿਪਾਹੀ, ਉਹ ਮਹਾਬਲੀ ਸੂਰਮੇ ਆਏ ਜਿਨ੍ਹਾਂ ਦੇ ਬਾਹਾਂ ਦੇ ਵਿੱਚ ਇਹ ਤਾਕਤ ਸੀ ਕਿ ਵੱਡੀਆਂ ਵੱਡੀਆਂ ਫੌਜਾਂ ਨੂੰ ਹਰਾ ਸਕਦੇ ਨੇ। ਕਹਿੰਦੇ ਐਸੇ ਐਸੇ ਸੂਰਮੇ ਆਏ, ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਜਿਨ੍ਹਾਂ ਸਿਪਾਹੀਆਂ ਦੇ ਮਨ ਵਿੱਚ ਹੰਕਾਰ ਸੀ ਕਿ ਜੇ ਅਸੀਂ ਜੰਗ ਦੇ ਮੈਦਾਨ ਵਿੱਚ ਖੜੇ ਹੋ ਜਾਈਏ ਤੇ ਪਹਾੜ ਦੀ ਤਰ੍ਹਾਂ ਖੜੇ ਹੋ ਜਾਵਾਂਗੇ ਤੇ ਹਾਥੀਆਂ ਦੀ ਤਾਕਤ ਵੀ ਸਾਨੂੰ ਹਿਲਾ ਨਹੀਂ ਸਕੇਗੀ। ਕਲਗੀਧਰ ਪਾਤਸ਼ਾਹ ਕਹਿੰਦੇ ਆਪਣੀਆਂ ਬਾਹਾਂ ਤੇ ਤਾਕਤ ਤੇ ਮਾਣ, ਆਪਣੇ ਆਪ ਦੀ ਤਾਕਤ ਤੇ ਮਾਣ, ਸ਼ਸਤਰਾਂ ਦੀ ਹਥਿਆਰਾਂ ਦੀ ਤਾਕਤ ਤੇ ਮਾਣ, ਪਰ ਮਹਾਰਾਜ ਕਹਿੰਦੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ। ਕਿ ਜੇ ਰੱਬ ਦੀ ਕਿਰਪਾ, ਰੱਬ ਦੀ ਬਖਸ਼ਿਸ਼ ਨਾ ਹੋਵੇ ਤੇ ਅੰਤ ਨੂੰ ਐਸੇ ਐਸੇ ਤਾਕਤਵਰ ਸਿਪਾਹੀ ਵੀ ਜ਼ਿੰਦਗੀ ਦੀ ਬਾਜੀ ਹਾਰ ਕੇ ਜਾਂਦੇ ਨੇ। ਸੋ ਇਸੇ ਕਰਕੇ ਗੁਰੂ ਕੇ ਸਿੱਖ ਨੇ ਗੁਰੂ ਕੇ ਚਰਨਾਂ ਤੋਂ ਕਦੇ ਤਾਕਤ ਨਹੀਂ ਮੰਗੀ, ਰਾਜ ਨਹੀਂ ਮੰਗਿਆ, ਗੁਰੂ ਕੇ ਚਰਨਾਂ ਤੋਂ ਕਦੇ ਖਾਲਸਾ ਜੀ ਇਹ ਚੀਜ਼ਾਂ ਮੰਗਣ ਦੀ ਬਜਾਏ ਮੁਕਤੀ ਨਹੀਂ ਮੰਗੀ, ਬਲਕਿ ਬਚਨ ਕੀਤਾ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਸੋ ਬਾਬਾ ਬੰਦਾ ਸਿੰਘ ਬਹਾਦਰ ਇਸ ਭਾਵਨਾ ਦੇ ਨਾਲ ਖਾਲਸਾ ਜੀ 4 ਸਾਲ ਦੇ ਬੱਚੇ ਦਾ ਕਾਲਜਾ ਮੂੰਹ ਦੇ ਵਿੱਚ ਪਵਾਇਆ, ਉਹਨਾਂ ਦਾ ਬੱਚਾ ਵੀ ਸ਼ਹੀਦ ਕਰ ਦਿੱਤਾ ਗਿਆ, ਖੁਦ ਵੀ ਸ਼ਹੀਦ ਹੋ ਗਏ। ਪਰ ਸੱਚ ਹੈ ਗੁਰੂ ਪੰਥ ਵਾਸਤੇ ਕੁਰਬਾਨੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਾਸਤੇ ਆਪਣੇ ਸਰੀਰ ਦੀ ਹਸਤੀ ਨੂੰ ਮਿਟਾਇਆ, ਤਾਂ ਕਰਕੇ ਅੱਜ ਵੀ ਉਹਨਾਂ ਦੀ ਹਸਤੀ ਸਦਾ ਸਦਾ ਤਾਈਂ ਸੰਸਾਰ ਦੇ ਤਖਤੇ ਤੇ ਅਟਲ ਹੈ। ਜਿਮ ਹਮ ਸੁਨਿਓ ਸੋ ਧਰਿਓ ਲਿਖਾਏ। ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਜਿਸ ਤਰ੍ਹਾਂ ਮੈਂ ਆਪਣੇ ਵੱਡੇ ਵਡੇਰਿਆਂ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਬਾਬਾ ਬੰਦਰ ਸਿੰਘ ਬਹਾਦਰ ਦੀਆਂ ਕੁਰਬਾਨੀਆਂ ਬਾਰੇ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਬਾਰੇ ਸੁਣਿਆ ਹੈ, ਉਹ ਮੈਂ ਆਪ ਜੀ ਨੂੰ ਲਿਖਾ ਦਿੱਤਾ ਹੈ। ਕੋ ਕਹ ਬੰਦੋ ਨਹ ਮੋਇਓ। ਭਾਈ ਰਤਨ ਸਿੰਘ ਭੰਗੂ ਕਹਿੰਦੇ ਕਈਆਂ ਨੇ ਗੱਲਾਂ ਪ੍ਰਚਲਿਤ ਕੀਤੀਆਂ ਕਿ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਨਹੀਂ ਹੋਈ, ਬੰਦਾ ਸਿੰਘ ਬਹਾਦਰ ਦੀ ਮੌਤ ਨਹੀਂ ਹੋਈ, ਭਈ ਨਾ ਮੜੀ ਸੋ ਉੱਡ ਗਇਓ। ਤੇ ਉਹਨਾਂ ਲੋਕਾਂ ਨੇ ਦਲੀਲ ਇਹ ਦਿੱਤੀ ਕਿ ਅੱਜ ਤੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਕੋਈ ਅਸਥਾਨ ਨਹੀਂ ਬਣਾਇਆ ਗਿਆ, ਮਰਨ ਤੋਂ ਬਾਅਦ, ਸ਼ਹਾਦਤ ਤੋਂ ਬਾਅਦ ਕੋਈ ਵੀ ਯਾਦਗਾਰ ਅਸਥਾਨ, ਸ਼ਹੀਦੀ ਅਸਥਾਨ ਬੰਦਾ ਸਿੰਘ ਬਹਾਦਰ ਦਾ ਨਹੀਂ ਬਣਾਇਆ, ਇਸ ਕਰਕੇ ਉਹਨਾਂ ਦੀ ਸ਼ਹਾਦਤ ਹੀ ਨਹੀਂ ਹੋਈ। ਦਰਅਸਲ ਇਹ ਕੇਵਲ ਤੇ ਕੇਵਲ ਜਿਹੜੇ ਉਹਨਾਂ ਦੇ ਪੈਰੋਕਾਰ ਸਨ, ਬਾਅਦ ਵਿੱਚ ਜਿਹੜੇ ਗੁਰਮਤ ਛੱਡ ਚੁੱਕੇ ਸਨ ਤੇ ਮਨਮਤ ਕਰਨ ਲੱਗ ਪਏ ਸਨ, ਉਹਨਾਂ ਵੱਲੋਂ ਇਹ ਗੱਲਾਂ ਪ੍ਰਚਲਿਤ ਕਰ ਦਿੱਤੀਆਂ ਗਈਆਂ ਸਨ। ਪਰ ਖਾਲਸਾ ਜੀ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਸਰਕਾਰਾਂ ਵੱਲੋਂ, ਹਕੂਮਤਾਂ ਵੱਲੋਂ ਕਿਸੇ ਸੂਰਮੇ ਦੀ ਸ਼ਹਾਦਤ ਨੂੰ ਲੁਕਾਉਣ ਵਾਸਤੇ ਵੀ ਇਸ ਤਰ੍ਹਾਂ ਦੀਆਂ ਗੱਲਾਂ ਪ੍ਰਚਲਿਤ ਕਰ ਦਿੱਤੀਆਂ ਜਾਂਦੀਆਂ ਕਿ ਜਦੋਂ ਇੱਕ ਸ਼ਹੀਦੀ ਹੁੰਦੀ ਹੈ ਕਿਸੇ ਸੂਰਮੇ ਦੀ ਤੇ ਇੱਕ ਸ਼ਹੀਦ ਦੀ ਸ਼ਹੀਦੀ ਦੇ ਵਿੱਚੋਂ ਲੱਖਾਂ ਨੌਜਵਾਨ ਆ ਕਰਕੇ ਸਿੱਖਿਆ ਲੈਂਦੇ ਨੇ। ਸੋ ਦੁਬਾਰਾ ਉਸ ਤਰ੍ਹਾਂ ਦੀ ਬਗਾਵਤ ਨਾ ਹੋਵੇ, ਉਸ ਤਰ੍ਹਾਂ ਦੀ ਲਹਿਰ ਖੜੀ ਨਾ ਹੋਵੇ, ਇਸ ਕਰਕੇ ਹਕੂਮਤਾਂ ਵੱਲੋਂ ਇਹ ਗੱਲਾਂ ਪ੍ਰਚਲਿਤ ਕਰ ਦਿੱਤੀਆਂ ਗਈਆਂ। ਹਮਾਰਾ ਦਿਲ ਇਹ ਬਾਤ ਨਾ ਆਈ। ਪਰ ਭਾਈ ਰਤਨ ਸਿੰਘ ਭੰਗੂ ਕਹਿੰਦੇ ਸਾਡੇ ਮਨ ਦੇ ਵਿੱਚ, ਸਾਡੇ ਦਿਲ ਦੇ ਵਿੱਚ ਇਹ ਗੱਲ ਬਿਲਕੁਲ ਵੀ ਪ੍ਰਵਾਨ ਨਾ ਹੋਈ, ਕਿਉਂਕਿ ਸਾਨੂੰ ਪਤਾ ਹੈ, ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੈ ਕਿ ਗੁਰੂ ਕੇ ਸਿੱਖ ਕਦੇ ਪਿੱਠ ਵਿਖਾ ਕਰਕੇ ਨਹੀਂ ਭੱਜਦੇ। ਜੇ ਗੁਰੂ ਕੇ ਸਿੱਖ ਜੰਗ ਦੇ ਮੈਦਾਨ ਦੇ ਵਿੱਚ ਜੂਝਣ ਵਾਸਤੇ ਜਾਂਦੇ ਨੇ ਤੇ ਜੂਝਦੇ ਨੇ, ਤੇ ਜੇ ਗੁਰੂ ਕੇ ਸਿੱਖ ਤਨ ਕੁਰਬਾਨ ਕਰਨ ਵਾਸਤੇ ਜਾਂਦੇ ਨੇ, ਆਪਣੀ ਹਸਤੀ ਮਿਟਾਉਣ ਵਾਸਤੇ ਜਾਂਦੇ ਨੇ, ਸ਼ਹੀਦ ਹੋਣ ਵਾਸਤੇ ਜਾਂਦੇ ਨੇ, ਤਾਂ ਵੀ ਖਾਲਸਾ ਜੀ ਗੁਰੂ ਕੇ ਸਿੱਖ ਜਾ ਕਰਕੇ ਹੱਸਦੇ ਹੱਸਦੇ ਸ਼ਹਾਦਤਾਂ ਦੇ ਜਾਮ ਪੀਂਦੇ ਨੇ। ਉਤੋ ਜੀਵਤ ਤਉ ਦੇਤ ਦਿਖਾਈ। ਭਾਈ ਰਤਨ ਸਿੰਘ ਭੰਗੂ ਕਹਿੰਦੇ ਜੇ ਬੰਦਾ ਸਿੰਘ ਬਹਾਦਰ ਸ਼ਹੀਦ ਨਾ ਹੋਏ ਹੁੰਦੇ, ਜਿਉਂਦੇ ਹੁੰਦੇ, ਤਾਂ ਉਸ ਤੋਂ ਬਾਅਦ ਜਿਹੜੇ ਪੁਰਾਤਨ ਸਾਡੇ ਵੱਡੇ ਵਡੇਰੇ ਗੁਰੂ ਕੇ ਸਿੱਖ ਸਨ, ਉਹਨਾਂ ਨੂੰ ਜ਼ਰੂਰ ਨਜ਼ਰ ਆਉਂਦੇ, ਉਹਨਾਂ ਨੂੰ ਜ਼ਰੂਰ ਮਿਲਦੇ। ਸੋ ਇਸ ਕਰਕੇ ਇਹ ਗੱਲ ਬਿਲਕੁਲ ਝੂਠ ਪ੍ਰਚਲਿਤ ਕਰ ਦਿੱਤੀ ਗਈ ਸੀ, ਕੇਵਲ ਤੇ ਕੇਵਲ ਉਹਨਾਂ ਦੀ ਕੁਰਬਾਨੀ ਲੁਕਾਉਣ ਵਾਸਤੇ। ਮਗਰ ਸਿੱਖ ਸਭ ਦੀਨੇ ਮਾਰੋ। ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਜਿਹੜੇ ਦੂਸਰੇ ਸਿੱਖ ਸਨ,
ਕਿਉਂਕਿ 700 ਸਿੱਖ ਖਾਲਸਾ ਜੀ ਉਸ ਵਕਤ ਦਿੱਲੀ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪਹੁੰਚੇ ਸਨ, ਜਿਨ੍ਹਾਂ ਨੂੰ ਬੰਦੀ ਬਣਾਇਆ ਹੋਇਆ ਸੀ, ਜਿਨ੍ਹਾਂ ਨੂੰ ਕੈਦਖਾਨੇ ਦੇ ਵਿੱਚ ਰੱਖਿਆ ਹੋਇਆ ਸੀ। ਉਹਨਾਂ 700 ਦੇ 700 ਸਿੱਖਾਂ ਨੂੰ ਤਸੀਹੇ ਦੇ ਕਰਕੇ ਖਾਲਸਾ ਜੀ ਮਾਰ ਦਿੱਤਾ ਗਿਆ। ਘਸੀਟ ਕੂਟ ਔ ਕਰਕੇ ਖੁਆਰ, ਕਿਸੇ ਨੂੰ ਘਸੀਟ ਕੇ ਬੇਰਹਿਮੀ ਨਾਲ ਘਸੀਟ ਕੇ ਮਾਰਿਆ, ਕਿਸੇ ਨੂੰ ਖਾਲਸਾ ਜੀ ਕੋਰੜਿਆਂ ਨਾਲ ਮਾਰਿਆ। ਹਰ ਇੱਕ ਨੂੰ ਵੱਖ-ਵੱਖ ਤਰ੍ਹਾਂ ਦੇ ਤਸੀਹੇ ਦੇ ਦਿੱਤੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਵਕਤ ਕਿਸੇ ਵੀ ਗੁਰੂ ਕੇ ਸਿੱਖ ਦੇ ਸਰੀਰ ਨੂੰ ਤਸੀਹੇ ਦਿੰਦੇ ਸੀ ਤੇ ਕਹਿੰਦੇ ਗੁਰੂ ਕਾ ਸਿੱਖ ਨੇਤਰ ਬੰਦ ਕਰਕੇ ਦੋਵੇਂ ਹੱਥ ਜੋੜ ਕੇ ਕਲਗੀਆਂ ਵਾਲੇ ਦੇ ਚਰਨਾਂ ਵਿੱਚ ਅਰਦਾਸ ਕਰਦਾ ਸੀ, ਪਾਤਸ਼ਾਹ ਦਿਨ ਸੁੱਖਾਂ ਦਾ ਬਤੀਤ ਹੋ ਰਿਹਾ ਹੈ, ਰਾਤ ਵੀ ਸੁੱਖਾਂ ਦੀ ਬਤੀਤ ਕਰਾਈ, ਪਰ ਕਿਰਪਾ ਕਰਕੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਦਾ ਬਲ ਬਖਸ਼ੀ। ਤੇ ਜਦੋਂ ਸਿੱਖ ਇਹ ਅਰਦਾਸ ਕਰਦੇ ਸੀ, ਉਸ ਵਕਤ ਜ਼ਾਲਮ ਹੋਰ ਕ੍ਰੋਧ ਵਿੱਚ ਆਉਂਦੇ ਸੀ ਕਿ ਪਤਾ ਨਹੀਂ ਇਹਨਾਂ ਦੇ ਵਿੱਚ ਕੀ ਭਰਿਆ ਹੈ ਕਿ ਇੰਨੇ ਦੁੱਖ ਦੇਣ ਤੋਂ ਬਾਅਦ ਵੀ ਇਹ ਸਿੱਖ ਇਹ ਅਰਦਾਸਾਂ ਕਰਦੇ ਕਿ ਦਿਨ ਸੁੱਖਾਂ ਦਾ ਬਤੀਤ ਹੋਇਆ, ਰਾਤ ਸੁੱਖਾਂ ਦੀ ਬਤੀਤ ਹੋਈ। ਤੇ ਫਿਰ ਕਲਗੀਆਂ ਵਾਲੇ ਨੂੰ ਕਹਿੰਦੇ ਕਿ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਦਾ ਬਲ ਬਖਸ਼ੀ। ਖਾਲਸਾ ਜੀ ਇਹੀ ਮੀਰ ਮੰਨੂ ਦੇ ਸਮੇਂ ਵੀ ਸਾਨੂੰ ਵੇਖਣ ਦੇ ਵਿੱਚ ਮਿਲਦਾ ਹੈ ਕਿ ਜਿਸ ਵਕਤ ਸਵਾ ਮਨ ਚੱਕੀਆਂ ਪੀਸੀਆਂ ਖਾਲਸਾ ਜੀ ਸਿੱਖ ਬੀਬੀਆਂ ਨੇ, ਤੇ ਉਹਨਾਂ ਸਿੱਖ ਬੀਬੀਆਂ ਦੇ ਬੱਚਿਆਂ ਨੂੰ ਮਾਰ ਕਰਕੇ ਉਹਨਾਂ ਬੱਚਿਆਂ ਦੇ ਆਂਦੜੀਆਂ ਦਾ ਹਾਰ ਬਣਾ ਕਰਕੇ ਖਾਲਸਾ ਜੀ ਸਿੱਖ ਬੀਬੀਆਂ ਦੇ ਗਲਾਂ ਦੇ ਵਿੱਚ ਪਾ ਦਿੱਤਾ ਜਾਂਦਾ ਸੀ। ਤੇ ਮੀਰ ਮੰਨੂ ਕਹਿੰਦਾ ਸੀ ਜਦੋਂ ਇਹਨਾਂ ਬੱਚਿਆਂ ਦਾ ਟੋਟੇ ਕਰਕੇ ਇਹਨਾਂ ਦੇ ਹਾਰ ਬਣਾ ਕਰਕੇ ਇਹਨਾਂ ਬੀਬੀਆਂ ਦੇ ਗਲਾਂ ਵਿੱਚ ਪਾਵਾਂਗਾ, ਇਹ ਡੋਲ ਜਾਣਗੀਆਂ, ਇਹ ਰੋਣਗੀਆਂ, ਇਹ ਤੜਪਣਗੀਆਂ, ਆਪਣੇ ਬੱਚਿਆਂ ਦੇ ਜਾਣ ਦੀ ਭੀਖ ਮੰਗਣਗੀਆਂ। ਪਰ ਕਹਿੰਦੇ ਮੀਰ ਮੰਨੂ ਵੀ ਹੈਰਾਨ ਰਹਿ ਗਿਆ ਜਿਸ ਵਕਤ ਉਹਨਾਂ ਮਾਤਾਵਾਂ ਦੇ ਬੱਚਿਆਂ ਦੇ ਟੋਟੇ ਕਰਕੇ ਹਾਰ ਬਣਾ ਕਰਕੇ ਉਹਨਾਂ ਮਾਵਾਂ ਦੇ ਗਲਾਂ ਵਿੱਚ ਪਾਏ। ਤੇ ਕਹਿੰਦੇ ਚੱਕੀ ਪੀਸਦੇ ਅਰਦਾਸ ਕਰਦੀਆਂ ਸਨ, ਕਲਗੀਆਂ ਵਾਲਿਆ ਦਿਨ ਸੁੱਖਾਂ ਦਾ ਬਤੀਤ ਹੋਇਆ, ਰਾਤ ਸੁੱਖਾਂ ਦੀ ਬਤੀਤ ਕਰਾਈ। ਘਰ ਦੇ ਵਿੱਚ ਆਈਆਂ ਔਲਾਦਾਂ ਤੇਰੀਆਂ ਦਿੱਤੀਆਂ ਦਾਤਾਂ ਸਨ, ਤੇਰੀ ਦਿੱਤੀ ਦਾਤ ਤੂੰ ਵਾਪਸ ਲੈ ਗਿਆ, ਪਰ ਕਿਰਪਾ ਕਰਕੇ ਸਾਨੂੰ ਸਿੱਖੀ ਸਿਦਕ ਨਿਭਾਉਣ ਦਾ ਬਲ ਬਖਸ਼ੀ। ਤੇ ਮੀਰ ਮੰਨੂ ਹੈਰਾਨ ਹੋ ਜਾਂਦਾ ਸੀ ਕਿ ਪਤਾ ਨਹੀਂ ਕੈਸਾ ਜਜ਼ਬਾ, ਕੈਸਾ ਪ੍ਰੇਮ, ਕੈਸਾ ਚਾਹ ਹੈ ਸਿੱਖੀ ਭਾਵਨਾ ਦਾ ਜੋ ਇਹਨਾਂ ਦੇ ਅੰਦਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਭਰਿਆ ਹੈ। ਸੋ ਕਹਿੰਦੇ ਜਿਸ ਵਕਤ ਤਸੀਹੇ ਵੀ ਦਿੱਤੇ ਜਾਂਦੇ ਸੀ ਖਾਲਸਾ ਜੀ, ਉਸ ਵਕਤ ਵੀ ਗੁਰੂ ਕੇ ਸਿੱਖ ਡੋਲੇ ਨਹੀਂ, ਉਸ ਵਕਤ ਵੀ ਗੁਰੂ ਕੇ ਸਿੱਖਾਂ ਦੇ ਹੌਸਲੇ ਨਹੀਂ ਟੁੱਟੇ, ਉਸ ਵਕਤ ਵੀ ਕਲਗੀਆਂ ਵਾਲੇ ਦੇ ਚਰਨਾਂ ਤੇ ਭਰੋਸਾ ਟਿਕਾ ਕਰਕੇ ਸਿੱਖ ਉਹਨਾਂ ਤਸੀਹਾਂ ਨੂੰ ਸਹਿਣ ਕਰਕੇ ਸੱਚੇ ਪਾਤਸ਼ਾਹ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਸ਼ਹਾਦਤਾਂ ਦੇ ਗਏ। ਬਾਜ ਸਿੰਘ ਨੇ ਭਲੀ ਨਿਭਾਹੀ, ਭਾਈ ਸਾਹਿਬ ਭਾਈ ਬਾਜ ਸਿੰਘ ਜੀ ਜਿਹੜੇ ਕਿ ਸਰਹੰਦ ਫਤਿਹ ਕੀਤੀ ਤੇ ਸਰਹੰਦ ਦੇ ਨਵਾਬ ਬਣੇ ਸਨ। ਭਾਈ ਸਾਹਿਬ ਭਾਈ ਬਾਜ ਸਿੰਘ ਜੀ ਨੂੰ ਬਹੁਤ ਤਸੀਹੇ ਦਿੱਤੇ ਗਏ। ਖਾਲਸਾ ਜੀ ਸਲਾਈਆਂ ਗਰਮ ਕਰਕੇ ਉਹਨਾਂ ਦੇ ਸਰੀਰ ਦੇ ਵਿੱਚ ਖਬੋ ਦਿੱਤੀਆਂ ਜਾਂਦੀਆਂ ਸਨ, ਸਲਾਈਆਂ ਗਰਮ ਕਰਕੇ ਇਸ ਤਰ੍ਹਾਂ ਦੇ ਤਸੀਹੇ ਦੇ ਦਿੱਤੇ। ਪਰ ਫਿਰ ਵੀ ਭਾਈ ਸਾਹਿਬ ਭਾਈ ਬਾਜ ਸਿੰਘ ਜੀ ਡੋਲੇ ਨਹੀਂ। ਮੂਏ ਬੰਦਾ ਸੰਗ ਚਾਰੋਂ ਭਾਈ, ਸੋ ਭਾਈ ਬਾਜ ਸਿੰਘ ਹੋਣਾ ਦੇ ਇਹ ਚਾਰ ਭਰਾ ਸਨ ਜੋ ਗੁਰੂ ਗੋਬਿੰਦ ਸਿੰਘ ਨੇ ਹਜੂਰ ਸਾਹਿਬ ਤੋਂ ਭੇਜੇ ਸਨ। ਮਹਾਰਾਜ ਨੇ ਬਚਨ ਕੀਤਾ ਸੀ ਬੰਦਾ ਸਿੰਘ ਬਹਾਦਰ ਦਾ ਸਾਥ ਦੇਣਾ। ਕਹਿੰਦੇ ਚਾਰੇ ਭਰਾਵਾਂ ਨੇ ਇਸ ਤਰ੍ਹਾਂ ਕਲਗੀਆਂ ਵਾਲੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦਿੱਤਾ ਕਿ ਜੇ ਬੰਦਾ ਸਿੰਘ ਬਹਾਦਰ ਉਹ ਸ਼ਹੀਦੀ ਦਿੰਦੇ ਨੇ ਤੇ ਇਹ ਸਿੱਖ ਵੀ ਪਿੱਠ ਵਿਖਾ ਕੇ ਭੱਜੇ ਨਹੀਂ। ਸੱਚੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦੇ ਕਰਕੇ ਇਹਨਾਂ ਸਿੱਖਾਂ ਨੇ ਵੀ ਸ਼ਹਾਦਤਾਂ ਦਿੱਤੀਆਂ। ਆਲੀ ਸਿੰਘ ਔ ਸਲੌਦੀ ਵਾਲੇ, ਸੋ ਜਿਹੜਾ ਕਿ ਸਰਹੰਦ ਦੇ ਕੋਲ ਸਲੌਦੀ ਪਿੰਡ ਸੀ, ਉੱਥੋਂ ਦੇ ਭਾਈ ਆਲੀ ਸਿੰਘ ਭਾਈ ਮਾਲੀ ਸਿੰਘ, ਇਹ ਵੀ ਦੋਵੇਂ ਗੁਰੂ ਕੇ ਸਿੱਖ ਖਾਲਸਾ ਪੰਥ ਵਾਸਤੇ ਆਪਣੇ ਤਨ ਕੁਰਬਾਨ ਕਰਦੇ ਨੇ, ਸ਼ਹਾਦਤਾਂ ਦੇ ਜਾਮ ਪੀਂਦੇ ਨੇ। ਉਹ ਭੀ ਮੂਏ ਬੰਦੇ ਕਾ ਨਾਲੇ, ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਖਾਲਸਾ ਜੀ ਸ਼ਹੀਦ ਹੁੰਦੇ ਨੇ। ਮਰ ਕਰਕੇ ਆਪਣੀ ਹਸਤੀ ਮਾਰ ਕਰਕੇ ਆਪਣਾ ਤਨ ਕੁਰਬਾਨ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਜਾ ਕਰਕੇ ਬੈਠਦੇ ਆ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ
ਦਰਗਾਹੀ ਪ੍ਰਸੰਨਤਾ ਦੇ ਮਾਲਕ ਬਣਦੇ ਨੇ। ਦੋਹਰਾ ਰਤਨ ਸਿੰਘ ਨੇ ਜੋ ਸੁਣੀ, ਸੋ ਤੋ ਦੀਨੀ ਆਖੋ। ਸੋ ਜੋ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਨੇ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਬਾਰੇ ਸੁਣਿਆ ਸੀ, ਉਹ ਇਤਿਹਾਸ ਭਾਈ ਰਤਨ ਸਿੰਘ ਭੰਗੂ ਜੀ ਨੇ ਦੱਸ ਦਿੱਤਾ ਹੈ। 1778 ਮਧੁ ਭਈ ਬੰਦੇ ਇਮਸਾਖੋ। ਸੋ ਇਸ ਤਰ੍ਹਾਂ ਸੰਮਤ ਬਿਕਰਮੀ 1778 ਦੇ ਵਿੱਚ ਖਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਤੇ ਗੁਰੂ ਖਾਲਸਾ ਪੰਥ ਵਾਸਤੇ ਖਾਲਸਾ ਜੀ ਆਪਣੇ ਤਨ ਕੁਰਬਾਨ ਕਰਦੇ ਨੇ। ਇਹ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਕਿ ਵੇਖੋ ਸਿੱਖੀ ਸਿਦਕ ਨਿਭਾਉਣ ਵਾਸਤੇ ਧਰਮ ਦੇ ਰਾਹ ਤੇ ਜਦੋਂ ਇਨਸਾਨ ਚੱਲਦਾ ਹੈ, ਵਿਅਕਤੀ ਚੱਲਦਾ ਹੈ, ਤੇ ਧਰਮ ਦੇ ਰਾਹ ਤੇ ਚੱਲਣ ਲੱਗਿਆਂ ਹਰ ਇੱਕ ਵਿਅਕਤੀ ਦੇ ਮਨ ਵਿੱਚ ਆਉਂਦਾ ਹੈ ਕਿ ਮੈਂ ਧਰਮ ਤੇ ਤੁਰ ਰਿਹਾ, ਮੈਂ ਬਾਣੀ ਪੜ੍ਹ ਰਿਹਾ, ਮੈਂ ਸਿੱਖੀ ਨਿਭਾ ਰਿਹਾ, ਗੁਰੂ ਘਰ ਸੇਵਾ ਕਰ ਰਿਹਾ ਤੇ ਸਤਿਗੁਰੂ ਕਿਰਪਾ ਕਰਕੇ ਮੈਨੂੰ ਸੁੱਖਾਂ ਦੀਆਂ ਦਾਤਾਂ ਦੇਣਗੇ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ, ਮੇਰੀ ਚੜ੍ਹਦੀ ਕਲਾ ਕਰਨਗੇ, ਮੈਨੂੰ ਸੰਸਾਰ ਦੇ ਪਦਾਰਥ ਦੇਣਗੇ। ਹਰ ਇੱਕ ਸਿੱਖ ਦੀ ਭਾਵਨਾ ਹੁੰਦੀ ਹੈ। ਪਰ ਵੇਖੋ ਉਹ ਸਿੱਖ ਕੈਸੀ ਕਮਾਈ ਵਾਲੇ, ਕੈਸੀ ਕਰਨੀ ਵਾਲੇ ਹੋਣਗੇ ਜਿਹੜੇ ਸਿੱਖੀ ਸਿਦਕ ਨਿਭਾ ਰਹੇ ਨੇ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਬਾਣੀ ਵੀ ਪੜ੍ਹ ਰਹੇ ਨੇ, ਪਰ ਬਾਣੀ ਪੜ੍ਹ ਕੇ ਸਿੱਖੀ ਨਿਭਾ ਕਰਕੇ ਸੱਚੇ ਪਾਤਸ਼ਾਹ ਜੀ ਤੋਂ ਸੁੱਖਾਂ ਦੀਆਂ ਮੰਗਾਂ ਨਹੀਂ ਮੰਗਦੇ, ਬਲਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਤੋਂ ਮੰਗ ਮੰਗਦੇ ਨੇ ਸ਼ਹਾਦਤ ਦੀ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਮੰਗ ਹੀ ਇਹ ਮੰਗਦੇ ਨੇ ਕਿ ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦਵਾਰ। ਕੇਵਲ ਤੇ ਕੇਵਲ ਇਹ ਮੰਗ ਮੰਗੀ। ਸੋ ਸਤਿਗੁਰੂ ਕਿਰਪਾ ਕਰਨ ਕਿ ਉਹਨਾਂ ਸਿੱਖਾਂ ਦਾ ਨਾਮ ਜਿੱਥੇ ਅਰਦਾਸ ਵਿੱਚ ਆਉਂਦਾ ਹੈ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਖੋਪੜੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਜਿਨ੍ਹਾਂ ਨੇ ਧਰਮ ਨੂੰ ਹਾਰਿਆ ਨਹੀਂ, ਧਰਮ ਨੂੰ ਗਵਾਇਆ ਨਹੀਂ, ਬਲਕਿ ਧਰਮ ਜਿੱਤ ਕੇ ਗਏ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਜਿਨ੍ਹਾਂ ਨੇ ਸਿੱਖੀ ਨੂੰ ਸਵਾਸਾਂ ਤੋਂ ਵੀ ਵੱਧ ਕਰਕੇ ਪਿਆਰ ਕੀਤਾ ਕਿ ਭਾਵੇਂ ਸਵਾਸ ਤੇ ਚਲੇ ਜਾਣ ਪਰ ਸੱਚੇ ਪਾਤਸ਼ਾਹ ਸਾਡੇ ਤੋਂ ਕਦੇ ਵੀ ਗੁਰੂ ਨਾਨਕ ਦੇ ਘਰ ਦੀ ਸਿੱਖੀ ਦੂਰ ਨਾ ਹੋਵੇ। ਉਹਨਾਂ ਦੇ ਅੰਦਰ ਕੈਸਾ ਪਿਆਰ ਹੋਵੇਗਾ ਮਹਾਰਾਜ ਦੇ ਚਰਨਾਂ ਪ੍ਰਤੀ, ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਪ੍ਰਤੀ ਕਿ ਸਿੱਖੀ ਸਿਦਕ ਨਿਭਾਉਣ ਵਾਸਤੇ ਮਰਨਾ ਵੀ ਪੈ ਗਿਆ ਤੇ ਉਹ ਭੱਜੇ ਨਹੀਂ, ਪਿੱਠ ਨਹੀਂ ਵਿਖਾਈ, ਬਲਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਾਸਤੇ ਉਹ ਖਾਕ ਹੋ ਗਏ, ਮਿੱਟੀ ਵਿੱਚ ਮਿਲ ਗਏ। ਸੋ ਐਸੇ ਪੂਰਵਜਾਂ ਨੂੰ, ਐਸੇ ਵੱਡੇ ਵਡੇਰਿਆਂ ਨੂੰ ਸਦਾ ਇਤਿਹਾਸ ਨੂੰ ਯਾਦ ਰੱਖਣਾ ਚਾਹੀਦਾ ਹੈ। ਔਰ ਜਿਸ ਤਰ੍ਹਾਂ ਖਾਲਸਾ ਜੀ ਜੋ ਸਾਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਾਂ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘਾਂ ਸੂਰਮਿਆਂ ਨੇ ਨਿਆਰੇ ਕਰਮ ਦਿੱਤੇ ਨੇ, ਇੱਕ ਵਿਲੱਖਣ ਵਿਰਾਸਤ ਦਿੱਤੀ ਹੈ, ਨਿਆਰੀ ਵਿਰਾਸਤ ਦਿੱਤੀ ਹੈ। ਉਸ ਵਿਰਾਸਤ ਨੂੰ ਚੇਤੇ ਰੱਖਦੇ ਹੋਏ ਜਿੱਥੇ ਗੁਰੂ ਸਿੰਘ ਸਭਾ ਵੱਲੋਂ ਐਤਵਾਰ ਨੂੰ ਜੋ ਕਿ ਖਾਲਸਾ ਜੀ ਇੱਕ ਚੇਤ ਦੀ ਆਰੰਭਤਾ ਵੀ ਹੋਣੀ ਹੈ, 14 ਮਾਰਚ ਨੂੰ ਸੰਗਰਾਂਦ ਹੈ, ਔਰ ਨਾਲ ਹੀ ਜੋ ਸਿੱਖਾਂ ਦਾ ਖਾਲਸੇ ਪੰਥ ਦਾ ਜਿਸ ਨੂੰ ਆਪਾਂ ਨਵਾਂ ਸਾਲ ਵੀ ਕਹਿੰਦੇ ਆ, ਉਸ ਨੂੰ ਮੁੱਖ ਰੱਖ ਕੇ ਗੁਰੂ ਸਿੰਘ ਸਭਾ ਸਾਊਥ ਹਾਲ ਅਤੇ ਗੁਰਦੁਆਰਾ ਸਾਹਿਬ ਪਾਰਕ ਐਵਨਿਊ ਵਿਖੇ ਸਮਾਗਮ ਕਰਵਾਏ ਜਾਣੇ ਨੇ। ਉਹਨਾਂ ਸਮਾਗਮਾਂ ਵਿੱਚ ਵੀ ਹਾਜ਼ਰੀਆਂ ਭਰਨੀਆਂ, ਕਿਉਂਕਿ ਵੈਸੇ ਨਵਾਂ ਸਾਲ ਤੇ ਉਹੀ ਹੁੰਦਾ ਜਦੋਂ ਕੁਝ ਨਵਾਂ ਸਿੱਖ ਲਈਏ, ਪਰ ਫਿਰ ਵੀ ਜੋ ਸਤਿਗੁਰੂ ਦੇ ਬਚਨ ਨੇ ਕਿ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਖਾਲਸੇ ਦੀ ਇੱਕ ਵੱਖਰੀ ਆਪਣੀ ਹਸਤੀ ਹੈ, ਇੱਕ ਨਿਆਰੀ ਹਸਤੀ ਹੈ। ਉਸ ਨਿਆਰੀ ਹਸਤੀ ਨੂੰ ਬਰਕਰਾਰ ਰੱਖਣ ਵਾਸਤੇ ਨਵੇਂ ਸਾਲ ਨੂੰ ਮੁੱਖ ਰੱਖਦੇ ਹੋਏ ਸਮਾਗਮ ਨੇ। ਉਹਨਾਂ ਸਮਾਗਮਾਂ ਵਿੱਚ ਵੀ ਹਾਜ਼ਰੀ ਭਰਨੀ ਹੈ ਅਤੇ ਨਾਲ ਹੀ ਖਾਲਸਾ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ, ਉਹਨਾਂ ਦਾ ਵੀ ਸੋਮਵਾਰ ਨੂੰ ਇੱਕ ਚੇਤ ਵਾਲੇ ਦਿਨ ਸ਼ਹੀਦੀ ਦਿਹਾੜਾ ਹੈ। ਇੱਕ ਚੇਤ ਵਾਲੇ ਦਿਨ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਨੇ ਸ਼ਹਾਦਤ ਦਿੱਤੀ। ਉਹਨਾਂ ਸਿੰਘ ਸਾਹਿਬਾਨ ਜੀ ਦੀ ਯਾਦ ਨੂੰ ਵੀ ਤਰੋ ਤਾਜ਼ਾ ਕਰਦੇ ਹੋਏ ਸਤਿਗੁਰੂ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਕਰਕੇ
ਸਤਿਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਨਾ ਹੈ। ਸੋ ਆਉਣ ਵਾਲੇ ਦਿਨ ਦੇ ਵਿੱਚ ਆਪਾਂ ਅੱਗੇ ਸ਼ਹਾਦਤਾਂ ਦੇ ਪ੍ਰਸੰਗ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਵਾਸਤੇ ਆਪਣੇ ਤਨ ਕੁਰਬਾਨ ਕੀਤੇ ਅਤੇ ਕਿਸ ਤਰ੍ਹਾਂ ਬੰਦਈ ਸਿੱਖਾਂ ਦਾ ਅਤੇ ਤਤ ਖਾਲਸੇ ਦੀ ਜੋ ਕਿ ਵਿਚਾਰਕ ਮਤਭੇਦ ਹੋਏ ਅਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਵਿਚਾਰਕ ਮਤਭੇਦ ਸੁਲਝੇ, ਉਹ ਆਪਾਂ ਸਰਵਣ ਕਰਾਂਗੇ। ਅਰਦਾਸ ਕਰਨੀ, ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ। ਆਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋ ਕਰਕੇ ਹਾਜ਼ਰ ਨਾਜ਼ਰ ਜਾਣ ਕਰਕੇ ਸ਼ਬਦ ਦਾ ਜਾਪ ਕਰਕੇ ਖਿਮਾ ਦੇ ਜਾਚਕ ਹੋਈਏ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ ਲੈਣਾ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਉਚਾਰਨ ਕਰੋ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤ ਕੇ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮਦਾਨ ਰਾਖੋ ਹੀਐ ਪਰੋਏ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਹਿਬ ਸੰਗਤ ਜੀ ਆਓ ਸਰਬੱਤ ਸਤ ਸੰਗਤ ਨੂੰ ਬੜੇ ਹੀ ਪਿਆਰ ਦੇ ਨਾਲ ਪੰਥ ਪਰ